तेन संतन को बंदना सिर चरणन पर धार एकंकारा सतगुरु तेह प्रसाद सच होए वाहे गुरु जी की फतेह। विघ्न विनाशन सोए वाहे गुरु जी की फतेह। विघ्न विनाशन सोए। सतनाम श्री वाहिगुरु साहिब जी। जो जिह थान बिखै गिर लियावत सो तिह थान मैं देहु टिकाई। आइस रावर की सुन कै असमंजस जान हृदय कपराई। जो जिह थान बिखै गिर लियावत। वाहिगुरु जी का खालसा वाहिगुरु जी की फतेह। चबर छतर तख्त ਸਿੰਘਾਸਨਾਂ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਦੀਨ ਔਰ ਦੁਨੀਆ ਦੇ ਵਾਲੀ ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਸ਼ਬਦ ਗੁਰੂ ਗੁਰਬਾਣੀ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਇਕੱਤਰ ਹੋ ਰਹੀ ਸਤਿਗੁਰੂ ਮਹਾਰਾਜ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਪ੍ਰਵਾਨ ਕਰੋ। ਮੁਬਾਰਕ ਰਸਨਾ ਤੋਂ ਬੜੇ ਪ੍ਰੇਮ ਔਰ ਸਨਮਾਨ ਦੇ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬਹੁਤ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ। ਜਿਸ ਰਹਿਮਤ ਦਾ ਸਦਕਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਦਰਬਾਰ ਅੰਦਰ ਸੁੰਦਰ ਦੀਵਾਨ ਸਜਾਏ ਗਏ ਹਨ। ਜਿੱਥੇ ਗੁਰੂ ਕੀਆਂ ਸੰਗਤਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਪਿਤਾ ਗੁਰਦੇਵ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਦੀਦਾਰ ਕਰ ਰਹੀਆਂ ਹਨ। ਉੱਥੇ ਨਾਲ ਨਾਲ ਆਪ ਗੁਰੂ ਕੀ ਸੰਗਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ
ਸਤਿਗੁਰੂ ਜੀ ਦੀ ਮਹਾਨ ਗੁਰ ਇਤਿਹਾਸ ਦੀ ਕਥਾ ਵਿਚਾਰ ਨੂੰ ਸੁਣਨ ਦੇ ਲਈ ਇਕੱਤਰ ਸੁਭਾਏਮਾਨ ਹੋ ਰਹੇ ਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਵਿੱਤਰ ਉਪਦੇਸ਼ ਗੁਰਸਿੱਖਾਂ ਨੂੰ, ਲੋਕਾਈ ਨੂੰ, ਸੰਸਾਰ ਨੂੰ ਦੇ ਕੇ ਭਰਮਾਂ ਵਹਿਮਾਂ ਵਿੱਚ ਪਿਆ ਹੋਇਆਂ ਨੂੰ ਭਰਮਾਂ ਔਰ ਭੁਲੇਖਿਆਂ ਚੋਂ ਬਾਹਰ ਕੱਢ ਕੇ ਮਹਾਰਾਜ ਉਸ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਹੋਂਦ ਨਾਲ ਜੋੜ ਰਹੇ ਹਨ ਔਰ ਉਸ ਅਕਾਲ ਪੁਰਖ ਨਾਲ ਜੋੜ ਕੇ ਜੀਵਨ ਮੁਕਤੀ ਦੀਆਂ ਮਹਾਨ ਦਾਤਾਂ ਮਹਾਰਾਜ ਸਿੱਖਾਂ ਦੀਆਂ, ਸੰਗਤਾਂ ਦੀਆਂ ਝੋਲੀਆਂ ਵਿੱਚ ਪਾਉਂਦੇ ਹਨ। ਇਹ ਮਹਾਨ ਕਥਾ ਏਡੀ ਮਹਾਨ, ਏਡੀ ਪਵਿੱਤਰ ਹੈ। ਇਸ ਕਥਾ ਨੂੰ ਜਿੰਨੀ ਵਾਰ ਗੁਰਸਿੱਖ ਜੀਵਨ ਦੇ ਅੰਦਰ ਸੁਣ ਸਕਦਾ ਹੈ, ਵਾਰ-ਵਾਰ ਸੁਣੇ। ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਲਗੀਧਰ ਸਤਿਗੁਰੂ ਗੁਰਦੇਵ ਪਿਤਾ ਤੱਕ ਦਸੋ ਪਾਤਸ਼ਾਹੀਆਂ ਦਾ ਇਤਿਹਾਸ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਬੜੇ ਸੁੰਦਰ ਤਰੀਕੇ ਨਾਲ ਬਿਆਨ ਕਰਦੇ ਹਨ। ਔਰ ਜੇ ਕੋਈ ਮਾਈ ਭਾਈ ਗੁਰੂ ਕਾ ਸਿੱਖ ਪੂਰਨ ਪ੍ਰੇਮ ਔਰ ਸ਼ਰਧਾ ਸਤਿਕਾਰ ਦੇ ਸਹਿਤ ਭਾਵਨਾ ਰੱਖਦਾ ਹੋਇਆ ਇਸ ਕਥਾ ਨੂੰ ਸੁਣਦਾ ਹੈ, ਬਿਨਾਂ ਕਿਸੇ ਤਰਕ ਤੋਂ, ਬਿਨਾਂ ਕਿਸੇ ਸ਼ੰਕੇ ਤੋਂ ਇਸ ਕਥਾ ਨੂੰ ਸੁਣਦਾ ਔਰ ਹਿਰਦੇ ਦੇ ਅੰਦਰ ਧਾਰਨ ਕਰਦਾ, ਤਾਂ ਮਹਾਰਾਜ ਦੇ ਘਰੋਂ ਮੁਕਤੀ ਦੀਆਂ ਮਹਾਨ ਦਾਤਾਂ ਉਸ ਗੁਰਸਿੱਖ ਮਾਈ ਭਾਈ ਦੀ ਝੋਲੀ ਵਿੱਚ ਪਾਈਆਂ ਜਾਂਦੀਆਂ ਹਨ। ਸਤਿਗੁਰੂ ਜੀ ਦਾ ਜੋ ਜੋ ਰੁਝਾਨ ਰਿਹਾ, ਜਿਵੇਂ ਜਿਵੇਂ ਮਹਾਰਾਜ ਵਿਚਰੇ ਹਨ, ਜਿਵੇਂ ਜਿਵੇਂ ਸਤਿਗੁਰੂ ਕਿਰਿਆ ਕਰ ਰਹੇ ਹੈ, ਪ੍ਰੇਮ ਨਾਲ ਵਿਚਾਰੀਏ, ਪ੍ਰੇਮ ਨਾਲ ਸੁਣੀਏ ਤਾਂ ਇਉਂ ਲੱਗਦਾ ਹੈ ਜਿਵੇਂ ਕੋਲ ਬੈਠੇ ਸਭ ਕੁਝ ਤੱਕਰੇ ਹੋਈਏ। ਇਸ ਕਰਕੇ ਗੁਰੂ ਨਾਨਕ ਸਾਹਿਬ ਦੀਆਂ ਇਹ ਵਡਿਆਈਆਂ ਦੀ ਕਥਾ ਚੱਲ ਰਹੀ ਹੈ। ਪਿਛਲੇ ਦੀਵਾਨਾਂ ਵਿੱਚ ਵਿਦਵਾਨ ਜਨਾਂ ਦੀ, ਗਿਆਨੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਬਹੁਤ ਪ੍ਰੇਮ ਦੇ ਨਾਲ ਪ੍ਰਸੰਗ ਸੁਣੇ ਹਨ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਸੰਗਤ ਨੂੰ ਤਾਰਦੇ ਹੋਏ, ਮਹਾਰਾਜ ਉਪਦੇਸ਼ ਬਖਸ਼ਦੇ ਹੋਏ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪਹਾੜ ਤੇ ਜਾ ਪੁੱਜੇ ਹਨ, ਜਿਸ ਪਹਾੜ ਨੂੰ ਹਨੂਮਾਨ ਜੀ ਰਾਮ ਜੀ ਦੇ ਦੱਸੇ ਹੋਏ ਪੁੱਲ ਨੂੰ ਬਣਾਉਣ ਵਾਸਤੇ ਲਿਆ ਰਹੇ ਸਨ, ਜਿੱਥੇ ਸ੍ਰੀ ਕ੍ਰਿਸ਼ਨ ਜੀ ਦੇ ਰੂਪ ਅੰਦਰ ਫਿਰ ਕ੍ਰਿਸ਼ਨ ਭਗਵਾਨ ਜੀ ਨੇ ਬਹੁਤ ਕੌਤਕ ਕੀਤੇ ਹਨ। ਸਤਿਕਾਰਯੋਗ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਹੈ, ਹੇ ਸੱਚੇ ਪਾਤਸ਼ਾਹ, ਇਸ ਪਹਾੜ ਦਾ ਇਤਿਹਾਸ, ਇਹਦਾ ਪ੍ਰਸੰਗ ਕੀ, ਇਹਦੀ ਕਥਾ ਕਿਰਪਾ ਕਰਕੇ ਜ਼ਰੂਰ ਸੁਣਾਓ। ਤਾਂ ਮਹਾਰਾਜ ਉਹਨਾਂ ਨੂੰ ਇਹ ਕਥਾ ਸੁਣਾ ਰਹੇ ਹਨ। ਪਿਛਲੇ ਪ੍ਰਸੰਗਾਂ ਤੋਂ ਆਪ ਜੀ ਜਾਣੂ ਹੋ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰ ਰਹੇ ਹੈ, ਆਓ ਮਨ ਚਿਤ ਬਿਰਤੀ ਦੀ ਇਕਾਗਰਤਾ ਦੇ ਸਹਿਤ ਇਹ ਵਡਿਆਈ ਨੂੰ ਸੁਣਨ ਦਾ ਯਤਨ ਕਰੀਏ। ਮਹਾਰਾਜ ਆਪ ਤਰਸ ਕਰਕੇ ਕਥਾ ਕਰਵਾ ਲੈਣ। ਆਪ ਜੀ ਪ੍ਰੇਮ ਔਰ ਸਨਮਾਨ ਦੇ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜੋ ਜਿਹ ਥਾਨ ਬਿਖੈ ਗਿਰ ਲਿਆਵਤ, ਸੋ ਤਿਹ ਥਾਨ ਮੈਂ ਦੇਹੁ ਟਿਕਾਈ। ਹਨੂਮਾਨ ਜੀ ਇਸ ਪਹਾੜ ਨੂੰ ਚੁੱਕ ਕੇ ਲੈ ਕੇ ਆ ਰਹੇ ਸਨ, ਔਰ ਜਿਸ ਸਮੇਂ ਉਹਨਾਂ ਨੇ ਇਹ ਪਹਾੜ ਚੱਕਿਆ ਸੀ, ਪਹਾੜ ਦੇ ਵਿੱਚੋਂ ਆਕਾਸ਼ ਬਾਣੀ ਇਹ ਆਵਾਜ਼ ਉਹਨਾਂ ਨੂੰ ਹੋਈ ਸੀ ਵੀ ਜੇ ਮੈਨੂੰ ਚੁੱਕ ਕੇ ਲੈ ਕੇ ਚੱਲਿਆ ਹੈ ਤਾਂ ਮੈਨੂੰ ਰਾਮਚੰਦਰ ਜੀ ਦੇ ਚਰਨਾਂ ਵਿੱਚ ਟਿਕਾ ਕਰੀ, ਮੈਨੂੰ ਹੋਰ ਕਿਤੇ ਨਾ ਰੱਖੀ। ਰਾਮ ਜੀ ਪੁਲ ਬਣਵਾ ਰਹੇ ਸਨ, ਜਿਹੜਾ ਉਸ ਪੁਲ ਦੇ ਲਈ ਪੱਥਰ ਦੀ ਜ਼ਰੂਰਤ ਸੀ, ਪਹਾੜਾਂ ਦੀ ਜ਼ਰੂਰਤ ਸੀ। ਉਦੋਂ ਹਨੂਮਾਨ ਜੀ ਰਾਮ ਜੀ ਦੇ ਭਗਤ ਹੋਣ ਕਾਰਨ ਸੇਵਾ ਵਿੱਚ ਲੱਗੇ ਸਨ। ਕਹਿੰਦੇ ਜੇ ਪਹਾੜ ਕਹਿਣ ਲੱਗਿਆ ਵੀ ਜੇ ਤਾਂ ਰਾਮ ਜੀ ਦੇ ਚਰਨਾਂ ਵਿੱਚ ਮੇਰਾ ਟਿਕਾ ਕਰੇਗਾ ਤਾਂ ਮੈਨੂੰ ਲੈ ਚੱਲ, ਨਹੀਂ ਜੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਮੈਨੂੰ ਰੱਖਣਾ ਹੈ ਫਿਰ ਮੈਨੂੰ ਇੱਥੇ ਹੀ ਰਹਿਣ ਦੇ। ਹਨੂਮਾਨ ਨੇ ਉਦੋਂ ਪਹਾੜ ਦੇ ਨਾਲ ਬਚਨਬੱਧ ਕੀਤਾ ਸੀ ਵੀ ਮੈਂ ਤੈਨੂੰ ਰਾਮ ਜੀ ਦੇ ਪੈਰਾਂ ਹੇਠ ਚਰਨਾਂ ਹੇਠ ਹੀ ਰੱਖਾਂਗਾ, ਹੋਰ ਕਿਸੇ ਥਾਂ ਨਹੀਂ ਰੱਖਦਾ ਹਾਂ। ਪਰ ਅਚਾਨਕ ਜਦੋਂ ਲੈ ਕੇ ਆ ਰਹੇ ਸਨ ਪਹਾੜ, ਉਦੋਂ ਪੁਲ ਵੀ ਸੰਪੂਰਨ ਸੰਪੰਨ ਹੋ ਗਿਆ ਤੇ ਰਾਮ ਜੀ ਨੇ ਹੁਕਮ ਕਰ ਦਿੱਤਾ ਵੀ ਜਿਹੜਾ ਜਿਹੜਾ ਜਿੱਥੇ ਜਿੱਥੇ ਵੀ ਜੋ ਪਹਾੜ ਪੱਥਰ ਲੈ ਕੇ ਆ ਰਿਹਾ ਉਹਨੂੰ ਉਸੇ ਜਗ੍ਹਾ ਹੀ ਟਿਕਾ ਦਿਓ, ਇੱਥੇ ਨਾ ਲੈ ਕੇ ਆਓ। ਜੋ ਜਿਹ ਥਾਨ ਬਿਖੈ ਗਿਰ ਲਿਆਵਤ, ਸੋ ਤਿਹ ਥਾਨ ਮੈਂ ਦੇਹੋ ਟਿਕਾਈ। ਜੋ ਜਿੱਥੇ ਲੈ ਕੇ ਆ ਰਿਹਾ ਨਾ ਉਹ ਉਸ ਨੂੰ ਉੱਥੇ ਹੀ ਟਿਕਾ ਦਿਓ ਜੀ। ਆਇਸ ਰਾਵਰ ਕੀ ਸੁਨ ਕੇ ਅਸਮੰਜਸ ਜਾਨ ਹਿਰਦੈ ਕਪਰਾਈ। ਇਹ ਬਾਂਦਰ ਹਨੂਮਾਨ ਦੇ ਕੋਲ ਗਏ ਸਨ। ਜਦੋਂ ਬਾਂਦਰਾਂ ਦੀ ਸੈਨਾ ਨੂੰ ਪੁੱਛਿਆ ਸੀ ਨਾ ਰਾਮਚੰਦਰ ਜੀ ਨੇ ਵੀ ਤੁਸੀਂ ਸਾਰੇ ਆ ਗਏ, ਤੁਹਾਡਾ ਮੁਖੀਆ ਹਨੂਮਾਨ ਨਹੀਂ ਆਇਆ ਹੈ ਸੂਰਬੀਰ। ਉਹਨਾਂ ਕਿਹਾ ਸੀ ਵੀ ਉਹ ਇਸ ਕਾਰਨ ਨਹੀਂ ਆਇਆ, ਅਸੀਂ ਪੁੱਛ ਕੇ ਆਉਂਦੇ ਹਾਂ। ਜਦੋਂ ਪੁੱਛਿਆ ਜਿਹੜਾ ਕਾਰਨ ਹਨੂਮਾਨ ਨੇ ਬਾਂਦਰਾਂ ਨੂੰ ਦੱਸਿਆ ਸੀ ਉਹ ਰਾਮ ਜੀ ਨੂੰ ਸੁਣਾ ਰਹੇ ਹਨ। ਇਸ ਲਈ ਇਹ ਕਹਿਣ ਲੱਗੇ, ਹੇ ਰਾਮ ਜੀ, ਹਨੂਮਾਨ ਨੇ ਕਿਹਾ ਹੈ ਵੀ ਮੈਂ ਤੁਹਾਡੀ ਆਗਿਆ ਮੰਨ ਕੇ ਪਹਾੜ ਚੁੱਕਣ ਗਿਆ ਸੀ ਤੇ ਤੁਹਾਡੀ ਆਗਿਆ ਜਦੋਂ ਇਹ ਹੋ ਗਈ ਵੀ ਹੁਣ ਜਿਹੜਾ ਜਿੱਥੇ ਹੈ ਉੱਥੇ ਹੀ ਪੱਥਰ ਰੱਖ ਦੇਵੇ। ਮੈਂ ਸਹੁੰ ਖਾਧੀ ਸੀ, ਬਚਨ ਕੀਤਾ ਸੀ ਪਹਾੜ ਦੇ ਨਾਲ ਵੀ ਤੈਨੂੰ ਰਾਮ ਜੀ ਦੇ ਪੈਰਾਂ ਹੇਠ ਰੱਖਾਂਗਾ। ਉਹ ਜਦੋਂ ਪੂਰਾ ਨਹੀਂ ਕਰ ਸਕਿਆ ਮੈਂ ਬਚਨ, ਤੁਸੀਂ ਰਸਤੇ ਵਿੱਚ ਹੀ ਇਹ ਆਗਿਆ ਦੇ ਦਿੱਤੀ ਵੀ ਜਿੱਥੇ ਵੀ ਆਉਂਦੇ ਹੋ ਉੱਥੇ ਹੀ ਰੱਖ ਦਿਓ। ਤੁਹਾਡੇ ਇਹ ਬਚਨ ਸੁਣ ਕੇ ਆਏ ਸਰਾਵਰ ਕੀ ਸੁਣ ਕੇ ਅਸਮੰਜਸ ਜਾਨ ਹਿਰਦੈ ਕਪਰਾਈ। ਹੈਰਾਨੀ ਹੋਈ ਮੈਨੂੰ ਬਹੁਤ ਵੀ ਮੈਂ ਆਪਣੇ ਬਚਨ ਤੋਂ ਹੁਣ ਝੂਠਾ ਪਵਾਂਗਾ। ਜੀ ਨਾ ਤਜੋ ਧਰਮ ਦਾਸਨ ਕੋ, ਸੋ ਨਾਸ ਹੈ ਜਾਤ ਹੈ ਨਾਹੀ ਭਲਾਈ। ਕਹਿੰਦੇ ਮੈਂ ਮਨ ਵਿੱਚ ਵਿਚਾਰ ਕੀਤੀ ਵੀ ਜੇ ਤਾਂ ਮੈਂ ਪਹਾੜ ਨੂੰ ਇੱਥੇ ਰੱਖ ਦੇਣਾ ਰਾਮ ਜੀ ਦੀ ਆਗਿਆ ਮੰਨ ਕੇ, ਫਿਰ ਮੈਂ ਆਪਣੇ ਬਚਨਾਂ ਤੋਂ ਝੂਠਾ ਹੋ ਜਾਵਾਂਗਾ ਜਿਹੜੇ ਪੱਥਰ ਨਾਲ ਪਹਾੜ ਨਾਲ ਮੈਂ ਕੀਤੇ ਹਨ। ਤੇ ਜੇ ਨਹੀਂ ਰੱਖਦਾ ਫਿਰ ਮੇਰਾ ਧਰਮ ਖਤਮ ਹੋ ਜਾਵੇਗਾ। ਕੀ ਧਰਮ ਸੀ? ਗੁਰੂ ਦੀ ਆਗਿਆ ਦਾ ਪਾਲਣ ਕਰਨਾ। ਧਰਮ ਵਿੱਚ ਬੜਾ ਪਰਪੱਕ ਸੀ ਇਹ ਹਨੂਮਾਨ। ਆਪਣੇ ਭਗਵਾਨ ਦੀ ਇੰਨੀ ਭਾਵਨਾ ਉਹਦੇ ਤੇ ਰੱਖਦਾ ਸੀ, ਇੰਨੀ ਸ਼ਰਧਾ ਰੱਖਦਾ ਸੀ ਵੀ ਜਿੰਨਾ ਚਿਰ ਉਹ ਜੇ ਉਹਨੇ ਆਗਿਆ ਕੀਤੀ ਤੇ ਹੀ ਮੈਂ ਮੰਨ ਲੈਣੀ ਹੈ, ਮੈਂ ਉਹਦੀ ਆਗਿਆ ਦੀ ਉਲੰਘਣਾ ਨਹੀਂ ਕਰਨੀ, ਹੁਕਮ ਨਹੀਂ ਟਾਲਣਾ ਹੈ। ਇੰਨਾ ਆਗਿਆਕਾਰੀ ਸੀ, ਇੰਨਾ ਪਰਪੱਕ ਸੀ ਆਪਣੇ ਧਰਮ ਦੇ ਅੰਦਰ। ਤਾਂ ਕਰਕੇ ਸੋਚਦਾ ਹੈ ਵੀ ਜੇ ਮੈਂ ਪਹਾੜ ਰੱਖਦਾ ਤੇ ਪਹਾੜ ਵਾਲੇ ਪਾਸਿਓਂ ਝੂਠਾ ਪਵਾਂਗਾ ਮੇਰੇ ਬਚਨਾਂ ਤੋਂ, ਤੇ ਜੇ ਮੈਂ ਨਹੀਂ ਰੱਖਦਾ ਫਿਰ ਰਾਮ ਜੀ ਦੀ ਆਗਿਆ ਦਾ ਜਿਹੜਾ ਪਾਲਣ ਕਰਨਾ ਉਹ ਨਹੀਂ ਹੋਵੇਗਾ। ਇਸ ਲਈ ਦੁਬਿਧਾ ਵਿੱਚ ਪੈ ਗਿਆ। ਜੇ ਤਜ ਜਾਊਂਗੀ ਰਾਮਮ ਝੂਠ ਹੋਏ,
ਐਸ ਵਿਚਾਰ ਰਹਿਓ ਤੇ ਥਾਈ। ਜੇ ਛੱਡ ਕੇ ਇੱਥੇ ਰੱਖ ਕੇ ਚਲਾ ਗਿਆ ਏ ਤਾਂ ਫਿਰ ਮੈਂ ਝੂਠਾ ਪੈ ਜਾਵਾਂਗਾ, ਮੈਂ ਸਹੁੰ ਖਾਧੀ ਹੈ। ਸਿੱਖੋ, ਇੱਕ ਬੇਨਤੀ ਆਪ ਜੀ ਨੂੰ ਕਰਾਂ। ਪਹਿਲੀ ਗੱਲ ਤਾਂ ਇਹ ਕੁਰੀਤੀ ਸਾਨੂੰ ਕਰਨੀ ਨਹੀਂ ਚਾਹੀਦੀ ਹੈ। ਸਾਡੇ ਵਿੱਚ ਇੱਕ ਅਸੀਂ ਮਰਿਆਦਾ ਨਵੀਂ ਤੋਰ ਲਈ ਵੀ ਕੋਈ ਥੋੜੀ ਜਿਹੀ ਗੱਲ ਹੋਵੇ ਤੇ 2 ਵਾਰੀ 3 ਵਾਰੀ ਕੋਈ ਪੁੱਛੇ ਨਾ ਯਕੀਨ ਕਰੇ, ਅਸੀਂ ਕਹਿੰਦੇ ਸਹੁੰ ਲੱਗੇ ਵੱਡੇ ਮਹਾਰਾਜ ਦੀ। ਗੁਨਾਹ ਤੂੰ ਕਰੇ, ਔਗਣ ਤੈਂ ਕੀਤਾ, ਸਹੁੰ ਤੂੰ ਮਹਾਰਾਜ ਦੀ ਖਾ ਰਿਆਂ, ਵਿਚੋਲਾ ਸਤਿਗੁਰਾਂ ਨੂੰ ਪਾਈ ਜਾਨਾ। ਪੁੱਛ ਤਾਂ ਲੈ ਵੀ ਮੇਰੀ ਵਿਚੋਲਗੀ ਕਰੋਗੇ ਜਾਂ ਨਹੀਂ ਕਰੋਗੇ। ਚੋਰੀ ਮੈਂ ਕੀਤੀ ਹੈ, ਚੋਰੀ ਕਰਕੇ ਫੜਿਆ ਜਾਵਾਂ ਤੇ ਫੜਨ ਵਾਲੇ ਕਹਿਣ ਵੀ ਜੇ ਨਹੀਂ ਕੀਤੀ ਤੇ ਸਬੂਤ ਦੇ, ਮੈਂ ਕਹਾਂ ਮੈਨੂੰ ਸਹੁੰ ਲੱਗੇ ਮਹਾਰਾਜ ਦੀ ਮੈਂ ਚੋਰੀ ਕੀਤੀ ਨਹੀਂ। ਅੱਛਾ, ਉਹਨਾਂ ਨੇ ਛੱਡ ਵੀ ਦਿੱਤਾ ਵੀ ਚਲੋ ਯਾਰ ਇਹ ਮਹਾਰਾਜ ਦੀ ਸਹੁੰ ਖਾਂਦਾ ਹੈ, ਸੱਚਾ ਹੀ ਹੋਵੇਗਾ। ਗੁਰੂ ਦੀ ਕਸਮ ਖਾ ਗਿਆ, ਆਪਣੇ ਦੀ ਛੱਡ ਦਿੱਤਾ, ਚਲਾ ਗਿਆ। ਇੱਥੇ ਨਹੀਂ ਕਹਾਣੀ ਮੁੱਕਣੀ। ਹੁਣ ਅੱਗੇ ਜਰਾ ਵਿਚਾਰ ਲਿਓ, ਬਾਣੀ ਨੂੰ ਪੁੱਛਿਓ ਵੀ ਮਹਾਰਾਜ ਲੋਕਾਂ ਨੇ ਤੇ ਛੱਡ ਦਿੱਤਾ, ਨਹੀਂ ਕੁੱਟਿਆ, ਨਹੀਂ ਕੁਝ ਵੀ ਕਿਹਾ, ਇੱਜ਼ਤ ਪੱਤ ਬਚ ਗਈ। ਹੇ ਮੇਰੇ ਸਤਿਗੁਰੂ, ਮੈਂ ਤੇਰੀ ਸਹੁੰ ਖਾਧੀ ਹੈ, ਮੇਰੀ ਪਰਲੋਕ ਵਿੱਚ ਹਾਮੀ ਭਰੋਗੇ ਕਿ ਨਹੀਂ? ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ, ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੈ ਨਾ ਕੋਈ। ਕੋਈ ਹੋਰ ਵੀ ਨਹੀਂ ਭਰ ਸਕਦਾ, ਗੁਰੂ ਨੇ ਕਿੱਥੋਂ ਹਾਮੀ ਭਰ ਦੇਣੀ ਹੈ। ਚੋਰ ਦੇ ਨਾਲ ਸਤਿਗੁਰੂ ਕਿੱਦਾਂ ਖੜ ਜਾਣਗੇ? ਚੋਰੀ ਕਰਨ ਵਾਲੇ ਨੂੰ ਕਿਵੇਂ ਕਹਿ ਦੇਣਗੇ ਤੂੰ ਚੋਰੀ ਕਰ, ਤੇ ਤੇਰਾ ਵਿਚੋਲਾ ਮੈਂ ਬਣਦਾ ਵੀ ਮੇਰੇ ਕਰਕੇ ਕੀਤੀ ਹੈ, ਮੈਂ ਬਚਾ ਲਵਾਂਗਾ? ਨਹੀਂ ਭਾਈ। ਸਤਿਗੁਰੂ ਮਹਾਰਾਜ ਕਹਿੰਦੇ ਕੂੜ ਬੋਲਣ ਵਾਲਾ ਜਿਹੜਾ ਹੈ ਨਾ, ਝੂਠ ਬੋਲਣ ਵਾਲਾ ਹੈ, ਸਹੁੰਆਂ ਖਾਣ ਵਾਲਾ, ਉਹਦੇ ਤੇ ਵਿਸ਼ਵਾਸ ਹੀ ਕੋਈ ਨਹੀਂ। ਪਹਾੜੀਆਂ ਨੇ ਕਸਮਾਂ ਖਾਧੀਆਂ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਤਿਗੁਰਾਂ ਦੇ ਖਾਲਸੇ ਨੇ ਕਿਹਾ ਸੀ, ਬੇਨਤੀ ਕੀਤੀ ਸੀ, ਮਹਾਰਾਜ ਪਹਾੜੀ ਰਾਜੇ ਕਹਿੰਦੇ ਅਸੀਂ ਕਸਮ ਚੱਕਦੇ ਆਂ, ਕੁਰਾਨ ਸ਼ਰੀਫ ਦੀ ਸਹੁੰ ਖਾਂਦੇ, ਗਊ ਦੀ ਸਹੁੰ ਖਾ ਰਹੇ ਆਂ, ਤੁਹਾਨੂੰ ਅਸੀਂ ਕੁਝ ਨਹੀਂ ਕਵਾਂਗੇ, ਬਾਹਰ ਚਲੇ ਜਾਓ। ਤੇ ਮਹਾਰਾਜ ਨੇ ਕਿਹਾ ਸੀ, ਸਿੰਘੋ ਇਹਨਾਂ ਤਾਂ ਕੋਈ ਭਰੋਸਾ ਨਹੀਂ ਰਹਿਣ ਦਿਓ। ਵਾਰ-ਵਾਰ ਬੇਨਤੀ ਕਰਨ ਤੇ ਮਹਾਰਾਜ ਕਹਿੰਦੇ ਫਿਰ ਪਰਖ ਲਓ। ਫਿਰ ਸਤਿਗੁਰਾਂ ਨੇ ਲਿੱਦ ਦੇ ਟੁੱਟੇ ਜੋੜਿਆਂ ਦੇ ਕਚਰੇ ਦੇ ਗੱਡੇ ਭਰ ਭਰ ਕੇ ਮਹਾਰਾਜ ਨੇ ਤੋਰ ਦਿੱਤੇ। ਤੇ ਅੱਗੇ ਤੁਸੀਂ ਇਤਿਹਾਸ ਜਾਣਦੇ ਹੋ, ਬੜੀ ਕਾਹਲੀ ਦੇ ਨਾਲ ਸਤਿਗੁਰੂ ਜੀ ਦੇ ਘਰ ਦਾ ਖਜ਼ਾਨਾ ਜਾਣ ਕੇ ਲੁੱਟਣ ਵਾਸਤੇ ਪੈ ਗਏ ਸਨ। ਤੇ 52 ਹੁਕਮ ਜਦੋਂ ਮਹਾਰਾਜ ਨੇ ਕੀਤੇ, ਉਹਨਾਂ ਹੁਕਮਾਂ ਵਿੱਚ ਫਿਰ ਇਹ ਹੁਕਮ ਕੀਤਾ ਹੈ, ਸਿੱਖ ਨੇ ਸਹੁੰ ਨਹੀਂ ਖਾਣੀ ਹੈ। ਸਿੱਖ ਨੇ ਸਹੁੰ ਖਾਣੀ ਨਹੀਂ ਤੇ ਸਹੁੰ ਖਾਣ ਵਾਲੇ ਤੇ ਵਿਸ਼ਵਾਸ ਨਹੀਂ ਕਰਨਾ ਹੈ। ਜਿਹੜਾ ਕਸਮ ਖਾ ਕੇ ਕਵੇ ਨਾ ਮੈਂ ਸਹੁੰ ਖਾਨਾ, ਮੈਂ ਸੱਚਾ ਹਾਂ, ਨਹੀਂ, ਅਸਲ 'ਚ ਹੈ ਹੀ ਝੂਠਾ, ਤਾਂ ਗਵਾਹੀਆਂ ਦੇ ਰਿਹਾ, ਤਾਂ ਸਹੁੰਆਂ ਖਾ ਕੇ ਗੁਰੂ ਨੂੰ ਵਿਚੋਲਾ ਬਣਾਉਂਦਾ ਹੈ। ਕਸਮ ਨਹੀਂ ਖਾਣੀ। ਮਹਾਰਾਜ ਨੇ ਉਦੋਂ ਇਹ ਵੀ ਕਿਹਾ ਸੀ, ਕਹਿੰਦੇ ਪਹਾੜੀ ਲੋਕ ਇਹੋ ਜਿਹੇ ਜਿਹੜੇ ਲੜਾਈ ਕਰਨ ਵਾਲੇ ਗੁਰੂ ਘਰ ਦੇ ਦੋਖੀ ਹਨ। ਤਿਲ ਸੁੱਟ ਲਓ, ਵੱਡਾ ਕੜਾਹਾ ਭਰ ਕੇ ਨਾ ਤੇਲ ਦਾ, ਉਹਦੇ ਵਿੱਚ ਤਿਲ ਸੁੱਟ ਕੇ ਵਿੱਚ ਬਾਂਹ ਡਬੋ ਲਓ, ਤੇ ਜਿੰਨੇ ਤਿਲ ਤੁਹਾਡੀ ਬਾਂਹ ਨੂੰ ਲੱਗ ਜਾਣ ਇੰਨੀਆਂ ਕਸਮਾਂ ਵੀ ਇਹ ਖਾ ਲੈਣ, ਫਿਰ ਵੀ ਇਹਨਾਂ ਤੇ ਵਿਸ਼ਵਾਸ ਨਾ ਕਰਿਓ। ਇਹ ਮਹਾਰਾਜ ਨੇ ਸੁਚੇਤ ਕੀਤਾ ਹੈ ਸਾਨੂੰ। ਇਸ ਲਈ ਥੋੜੀ ਥੋੜੀ ਗੱਲ ਹੁੰਦੀ, ਫਲਾਣੇ ਆਹ ਕੰਮ ਕੀਤਾ, ਨਹੀਂ ਮੈਨੂੰ ਸਹੁੰ ਲੱਗੇ ਮਹਾਰਾਜ ਦੀ। ਕਿਉਂ ਲੱਗੇ ਭਾਈ? ਸਤਿਗੁਰੂ ਮਹਾਰਾਜ ਨੂੰ ਕਿਉਂ ਖਿਡੌਣਾ ਬਣਾ ਕੇ ਰੱਖਿਆ ਹੋਇਆ ਵੀ ਜਦੋਂ ਜੀ ਕੀਤਾ ਵਿਚੋਲਾ ਬਣਾ ਲਿਆ, ਜਦੋਂ ਦਿਲ ਕੀਤਾ ਕਿਹਾ ਕਰ ਸਾਡੀ ਵਿਚੋਲਗਿਰੀ। ਇਹ ਪੱਲੇ ਬੰਨ ਲਓ, ਜਿਹੜਾ ਸਹੁੰ ਖਾਂਦਾ ਗੁਰੂ ਨੂੰ ਨਹੀਂ ਜੇ ਭਾਉਂਦਾ, ਸਤਿਗੁਰੂ ਜੀ ਦੇ ਘਰ ਪ੍ਰਵਾਨ ਨਹੀਂ। ਅੱਗੇ ਤੁਹਾਡੀ ਮਰਜ਼ੀ ਹੈ ਵੀ ਸਹੁੰਆਂ ਖਾ ਖਾ ਗੁਰੂ ਤੋਂ ਦੂਰ ਹੋਣਾ ਜਾਂ ਸੱਚ ਦੇ ਮਾਰਗ ਤੇ ਚੱਲਣਾ ਗੁਰੂ ਦੇ ਹੋ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਮਰਿਆਦਾ ਦੇ ਵਿੱਚ ਸਾਡੇ ਵਿੱਚ ਜੀਵਨ ਵਿੱਚ ਢਿੱਲ ਨਾ ਆਵੇ। ਜੋ ਪਰਪੱਕਤਾ ਮਹਾਰਾਜ ਨੇ ਸਾਨੂੰ ਦਿੱਤੀ, ਸਤਿਗੁਰੂ ਕਿਰਪਾ ਕਰਨ ਉਸ ਮਰਿਆਦਾ, ਉਸ ਰਹਿਣੀ ਬਹਿਣੀ ਵਿੱਚ ਪਰਪੱਕ ਰਹੀਏ। ਢਲਿਆਈ ਨਹੀਂ ਵਰਤਣੀ ਕਿਸੇ ਪ੍ਰਕਾਰ ਦੀ ਵੀ।
ਅੱਜ ਸਾਡੇ ਵਿੱਚ ਬਹੁਤ ਸ਼ੰਕੇ ਹੈ, ਬਹੁਤ ਤਰਕਾਂ ਹਨ, ਬਹੁਤ ਸਵਾਲ ਜਵਾਬ ਹਨ। ਤਰਕਾਂ ਕਰਨ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਤਰਕਾਂ ਕਰ ਦਿੰਦੇ ਐ, ਵਖਰੇਵੇਂ ਖੜੇ ਕਰ ਦਿੰਦੇ ਹਨ। ਪਰ ਮੈਂ ਬੇਨਤੀ ਕਰਾਂ ਸਿੱਖੋ, ਗੁਰਮਤਿ ਤੋਂ ਸੁਚੇਤ ਹੋ ਕੇ ਰਿਹਾ ਕਰੋ, ਮਰਿਆਦਾ ਤੋਂ ਸੁਚੇਤ ਹੋ ਕੇ ਰਿਹਾ ਕਰੋ। ਇੱਕ ਕੱਲ ਪਰਸੋਂ ਨਵੇਂ ਵਿਦਵਾਨ ਬਣੇ ਐ, ਨਵੇਂ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਜਿਸ ਸਥਾਨ ਤੋਂ ਤੁਸੀਂ ਹੁਣ ਕਥਾ ਸੁਣ ਰਹੇ, ਇਸੇ ਹੀ ਸਥਾਨ ਤੋਂ ਫਿਰ ਬੋਲ ਕੇ ਗਏ ਹਨ। ਪਤਾ ਨਹੀਂ ਕਿਹੜੇ ਧਾਰਮਿਕ ਗ੍ਰੰਥ ਇਹਨਾਂ ਪੜ੍ਹੇ ਹਨ, ਕਿਹੜੀ ਰਹਿਤ ਮਰਿਆਦਾ ਇਹਨਾਂ ਪੜ੍ਹੀ ਹੈ, ਕਿਹੜੇ ਅਕਾਲ ਤਖਤ ਨੂੰ ਇਹ ਪੂਜਦੇ ਹਨ, ਕਿਹੜੀ ਸੰਪਰਦਾ ਦੇ ਵਿੱਚੋਂ ਇਹਨਾਂ ਵਿਦਿਆ ਲੈ ਲਈ। ਇਉਂ ਦਾਵਾ ਦੇ ਦੇ ਕੇ ਗੱਲਾਂ ਕਰਕੇ ਭੁਲੇਖਾ ਤਰਕ ਕਰਦੇ, ਸ਼ੰਕਾ ਪਾਉਂਦੇ, ਜਿਵੇਂ ਮਹਾਰਾਜ ਦੇ ਨਾਲ ਨਾਲ ਹੀ ਵਿਚਰੇ ਹੋਣ ਮਰਿਆਦਾ ਲਿਖਣ ਵੇਲੇ। ਇਵੇਂ ਦਾਵਾ ਰੱਖਦੇ ਹੈਗੇ, ਝੂਠੇ ਹੈਗੇ, ਕੂੜੇ ਹਨ। ਨਵੇਂ ਗਿਆਨੀ ਨਾਮ ਤਾਂ ਨਹੀਂ ਮੈਂ ਉਹਨਾਂ ਦਾ ਜਾਣਦਾ, ਨਵੇਂ ਪੈਦਾ ਹੋਏ। ਮੰਜੀ ਸਾਹਿਬ ਦੀ ਸਵੇਰ ਦੀ ਹਾਜ਼ਰੀ ਸੀ, ਕਥਾ ਵਿੱਚ ਬੋਲ ਕੇ ਗਏ ਸੰਗਤ ਨੂੰ। ਕਹਿੰਦੇ ਵੀ ਮੱਧ ਜਿਹੜਾ ਹੈ ਨਾ ਗੁਰਬਾਣੀ ਦਾ, ਉਹ ਮੱਧ ਤੇ ਅਰਦਾਸ ਤੇ ਉਹਨਾਂ ਤਰਕ ਕੀਤੀ ਹੈ। ਮੈਂ ਕੋਈ ਨੰਬਰ ਬਣਾਉਣ ਦੇ ਲਈ ਜਾਂ ਬਹੁਤਾ ਅੱਗੇ ਆਉਣ ਲਈ ਇਹ ਬੇਨਤੀ ਨਹੀਂ ਕਰ ਰਿਹਾ। ਗੁਰੂ ਘਰ ਦਾ ਪ੍ਰਚਾਰਕ ਹੋਣ ਦੇ ਨਾਤੇ ਸਤਿਗੁਰੂ ਜੀ ਨੇ ਸੇਵਾ ਦਿੱਤੀ ਹੈ ਕਥਾ ਕਰਨ ਦੀ। ਇਸ ਸੇਵਾ ਨੂੰ ਨਿਭਾਉਂਦਿਆਂ ਹੋਇਆਂ ਇਹ ਬੇਨਤੀ ਆਪ ਜੀ ਨੂੰ ਕਰਨ ਲੱਗੇ ਹਾਂ, ਕਿਉਂਕਿ ਇਹ ਕਥਾ ਆਪ ਜੀ ਇੱਥੇ ਵੀ ਸੁਣ ਰਹੇ ਹੈ, ਆਨਲਾਈਨ ਵੀ, ਟੀਵੀ ਰਾਹੀਂ ਘਰਾਂ ਵਿੱਚ ਵੀ ਗੁਰਸਿੱਖ ਮਾਈ ਭਾਈ ਸੁਣਦੇ ਹਨ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਉਹ ਪ੍ਰਚਾਰਕ ਕਹਿੰਦਾ ਹੈ ਵੀ ਮੱਧ ਜਿਹੜਾ ਨਾ ਸਤਿਗੁਰੂ ਜੀ ਦੀ ਬਾਣੀ ਦਾ, ਇਹ ਅਸੀਂ ਇੱਕ ਭਰਮ ਭੁਲੇਖਾ ਪਾਇਆ ਹੋਇਆ, ਮੱਧ ਦੀ ਅਰਦਾਸ ਕਰਨ ਲੱਗ ਪੈਂਦੇ ਹਾਂ। ਤੇ ਬੇਨਤੀ ਹੈ ਉਸ ਵਿਦਵਾਨ ਸੱਜਣ ਨੂੰ ਵੀ ਭਰਮ ਭੁਲੇਖਾ ਸਿੱਖਾਂ ਨੂੰ ਨਹੀਂ ਹੈ, ਭਰਮ ਭੁਲੇਖਾ ਸੰਗਤ ਨੂੰ ਨਹੀਂ। ਵੀ ਮੱਧ ਦੀ ਅਰਦਾਸ ਕਰਦੇ ਐ, ਭੁਲੇਖੇ ਵਿੱਚ ਨਹੀਂ ਕਰਦੇ। ਭੁਲੇਖਾ ਤੁਹਾਨੂੰ ਹੈ ਵੀ ਐਵੇਂ ਕੂੜ ਪ੍ਰਚਾਰ ਕਰ ਕਰਕੇ ਸਿੱਖਾਂ ਦੀ ਸ਼ਰਧਾ ਗੁਰੂ ਤੋਂ ਤੋੜ ਲਵਾਂਗੇ। ਭੁਲੇਖਾ ਤੁਹਾਨੂੰ ਪੈ ਚੁੱਕਿਆ ਹੈ ਵੀ ਐਵੇਂ ਤਰਕਾਂ ਕਰ ਕਰਕੇ ਸਿੱਖਾਂ ਦੀ ਆਸਥਾ ਭਾਵਨਾ ਅਰਦਾਸ ਨਾਲੋਂ ਟੁੱਟ ਜਾਵੇਗੀ। ਤੁਸੀਂ ਅੱਜ ਦੇ ਜੰਮੇ ਵਿਦਵਾਨ, ਤੁਸੀਂ ਅੱਜ 4 ਪੋਥੀਆਂ ਪੜ੍ਹ ਲਈਆਂ, ਕੋਈ ਗ੍ਰੰਥ ਪੜ੍ਹ ਲਿਆ ਹੋਵੇਗਾ ਤੇ ਲੱਗ ਪਏ ਹੋ ਕਰਨ ਵੀ ਅਰਦਾਸ ਨਹੀਂ ਕਰਨੀ ਚਾਹੀਦੀ ਮੱਧ ਤੇ, ਮੱਧ ਨਹੀਂ ਲਵਾਉਣਾ ਚਾਹੀਦਾ। ਉਹਦੇ ਤਰਕ ਵੱਖਰੇ ਸੀ। ਕਹਿੰਦਾ ਜੇ ਮੱਧ ਦੀ ਗੱਲ ਕਰੀਏ, ਉਹਨੇ ਮੱਧ ਨੂੰ ਸਿਰਫ ਇੱਥੇ ਤੱਕ ਹੀ ਰੱਖਿਆ ਵੀ ਮਹਾਰਾਜ ਦੇ ਅੰਗਾਂ ਦਾ ਅੱਧ ਵੇਖ ਲਓ, ਜਿੱਥੇ ਅੱਧ ਆਉਂਦਾ ਉੱਥੇ ਮੱਧ ਲਾ ਦਿਓ। ਉਹ ਕਹਿੰਦਾ ਫਿਰ 705 ਅੰਗ ਤੇ ਮੱਧ ਨਹੀਂ ਲੱਗਦਾ। ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਪੁਰਾਤਨ ਸਰੂਪ ਜਿਹੜੇ ਹੱਥ ਲਿਖਤ ਸਰੂਪ ਸਨ ਨਾ, ਉਹਨਾਂ ਦੇ ਦਰਸ਼ਨ ਕਰਿਓ। ਉਹਨਾਂ ਸਰੂਪਾਂ ਦੇ ਵਿੱਚ ਕਿਸੇ ਸਰੂਪ ਦੇ ਵੀ ਦਰਸ਼ਨ ਕਰ ਲਿਓ। ਉਹਨਾਂ ਵਿੱਚ ਅੰਗਾਂ ਦੀ ਗਿਣਤੀ ਨਹੀਂ ਕੀਤੀ। ਜਿਹੜਾ ਸਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਲਿਖਵਾਇਆ ਸੀ ਨਾ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕੇ, ਉਸ ਸਰੂਪ ਦੇ ਵਿੱਚ ਦਰਸ਼ਨ ਕਰਿਓ। ਉਹਦੇ 765 ਅੰਗ ਹਨ। ਹੁਣ ਦੱਸੋ ਮੱਧ ਕਿੱਥੇ ਲਾਓਗੇ? ਜੇ ਅੰਗਾਂ ਦੇ ਹਿਸਾਬ ਨਾਲ ਲਾਈਏ ਫਿਰ ਉਹਦਾ ਮੱਧ ਕਿੱਥੇ ਲੱਗਦਾ ਜਾ ਕੇ? 765 ਅੰਗ ਨੇ ਉਸ ਸਰੂਪ ਦੇ। ਹਾਲੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨਹੀਂ ਹੈ। ਫਿਰ ਸਤਿਗੁਰੂ ਮਹਾਰਾਜ ਜੀ ਦੇ ਪੁਰਾਤਨ ਸਰੂਪ ਜਦੋਂ ਲਿਖੇ ਜਾਂਦੇ ਸਨ, ਆ ਤਾਂ ਪ੍ਰੈਸ ਆ ਗਈ। ਪ੍ਰੈਸ ਦੇ ਆਉਣ ਕਰਕੇ ਹੁਣ ਅੰਗਾਂ ਦੀ ਛਪਾਈ ਇਸ ਤਰ੍ਹਾਂ ਗਿਣਤੀ ਵਿੱਚ ਹੋ ਕੇ 1430 ਅੰਗ ਹੋਏ ਹਨ। ਪੁਰਾਤਨ ਮਰਿਆਦਾ ਨੂੰ ਪੜ੍ਹੋ, ਪੁਰਾਤਨ ਆਪਣੇ ਤੱਤਾਂ ਸਿਧਾਂਤਾਂ ਨੂੰ ਪੜ੍ਹਿਓ। ਉਦੋਂ ਜਦੋਂ ਸਰੂਪ ਤਿਆਰ ਹੁੰਦੇ ਸਨ ਮਹਾਰਾਜ ਦੇ, ਉਸ ਸਮੇਂ ਸੱਜੇ ਪਾਸੇ ਮਹਾਰਾਜ ਜੀ ਦੀ ਬਾਣੀ ਦੇ ਅੰਗ ਲਿਖੇ ਜਾਂਦੇ ਸਨ, ਖੱਬੇ ਪਾਸੇ ਅੰਗ ਨਹੀਂ ਸੀ ਛਪਦਾ, ਅੰਗ ਨਹੀਂ ਸੀ ਲਿਖਿਆ ਜਾਂਦਾ। ਜਿਵੇਂ ਤੁਸੀਂ ਪ੍ਰਕਾਸ਼ ਕਰੋਗੇ, ਸੱਜੇ ਪਾਸੇ ਏਕਾ ਛਪਿਆ, ਇੱਕ ਅੰਗ ਆਰੰਭ ਹੋਇਆ, ਜਪਜੀ ਸਾਹਿਬ ਦੀ ਆਰੰਭਤਾ ਹੋ ਗਈ। ਉਦਾਹਰਨ ਦੇ ਰਹੇ ਹਾਂ। ਜਦੋਂ ਉਸ ਅੰਗ ਨੂੰ ਅਗਲੇ ਪਾਸੇ ਕਰੋਗੇ, ਜਿਵੇਂ ਹੁਣ ਤੁਹਾਨੂੰ ਦਰਸ਼ਨ ਹੁੰਦੇ, ਖੱਬੇ ਪਾਸੇ ਵੀ ਅੰਗ ਹੈ ਲਿਖਿਆ ਹੋਇਆ, ਗਿਣਤੀ ਹੈ 2 ਨੰਬਰ,
ਪਰ ਉਹ ਪੁਰਾਣੇ ਸਰੂਪਾਂ ਦੇ ਵਿੱਚ 2 ਨੰਬਰ ਨਹੀਂ, ਪੁਰਾਣੇ ਸਰੂਪਾਂ ਦੇ ਵਿੱਚ ਅਗਲੇ ਅੰਗ ਤੇ ਜਾ ਕੇ ਫਿਰ 2 ਨੰਬਰ ਹੈ। ਹੁਣ ਉਸ ਅੰਗ ਦੇ ਜਦੋਂ 765 ਅੰਗ ਹਨ, ਉਸ ਸਰੂਪ ਦੇ ਜਿਹੜਾ ਮਹਾਰਾਜ ਨੇ ਲਿਖਵਾਇਆ, ਉਹਦਾ ਸਿੱਧਾ ਸਿੱਧਾ ਜੇ ਗੁਣਾ ਕਰਕੇ ਬਹੁਤਾ ਹਿਸਾਬ ਨਹੀਂ ਆਉਂਦਾ ਹੈ। ਜੇ ਹਿਸਾਬ ਲਾਈਏ 1500 ਅੰਗ ਬਣ ਜਾਂਦਾ ਹੈ। ਜੇ ਹੁਣ ਦੇ ਹਿਸਾਬ ਨਾਲ ਜੋੜੀਏ ਦੋਵੇਂ ਪਾਸੇ ਲਿਖਤੀ ਦੇ ਰੂਪ ਵਿੱਚ, ਤੇ 1500 ਅੰਗ ਦਾ ਮੱਧ ਫਿਰ ਕਿੱਥੇ ਲਾਓਗੇ ਜਾ ਕੇ। ਹਾਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਅੰਕਿਤ ਨਹੀਂ ਹੈ। ਮਹਾਂਪੁਰਖਾਂ ਨੇ ਗੁਰਬਾਣੀ ਪਾਠ ਦਰਪਣ ਵਿੱਚ ਮਰਿਆਦਾ ਲਿਖੀ ਹੈ। ਸਤਿਗੁਰੂ ਗੁਰੂ ਤੇਗ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਦੋਂ ਇਹ ਬਾਣੀ ਉਚਾਰਦੇ ਸਨ ਨਾ, ਜੈਤ ਸਰੀ ਦੀ ਰਾਗ ਦੀ, ਮਹਾਰਾਜ ਕੋਲ ਇੱਕ ਪੰਡਤ ਆਇਆ ਸੀ, ਵਿਜੈ ਰਾਮ। ਉਹਨੇ ਬੇਨਤੀ ਕੀਤੀ, ਹੈ ਮਹਾਰਾਜ, ਸਾਡਾ ਜਦੋਂ ਅੰਤ ਸਮੇਂ ਕੋਈ ਮਰ ਜਾਂਦਾ ਹੈ ਨਾ, ਕੋਈ 11ਵੀਂ ਕਰਦਾ, ਕੋਈ 13ਵੀਂ ਕਰਦਾ ਹੈ, ਕੋਈ 14ਵੀਂ ਕਰਦਾ, ਤੁਹਾਡੇ ਸਿੱਖਾਂ ਦੀ ਕੀ ਮਰਿਆਦਾ ਹੈ? ਤੁਸੀਂ ਕਿਹੜਾ ਹੁਕਮ ਕੀਤਾ ਆਪਣੇ ਸਿੱਖਾਂ ਨੂੰ ਵੀ ਇਸ ਤਰੀਕੇ ਨਾਲ ਅੰਤਮ ਕਿਰਿਆ ਕਰਨੀ? ਮਹਾਰਾਜ ਕਹਿੰਦੇ, ਤੁਹਾਡੇ 11ਵੀਂ ਪੰਡਤਾਂ ਦੀ ਕੀਤੀ ਜਾਂਦੀ ਹੈ, ਉਹ ਇਸ ਕਰਕੇ ਤੁਸੀਂ ਸਮਝਦੇ ਪੰਡਤ ਸਰਬ ਉੱਤਮ ਹਨ। ਮਹਾਰਾਜ ਕਹਿੰਦੇ, ਭਾਈ ਸਾਡੇ ਸਿੱਖ ਸਰਬ ਉੱਤਮ ਨੇ, ਸਰਬ ਗੁਣਾ ਕਰਕੇ ਪੂਰਨ ਹਨ। ਇਸ ਲਈ ਜਦੋਂ ਪੂਰਨ ਗੁਰਸਿੱਖ ਸਰੀਰ ਛੱਡ ਕੇ ਜਾਵੇ, ਉਹਦੇ ਤੋਂ ਬਾਅਦ ਜਿਹੜੀਆਂ ਜੈਤ ਸਰੀ ਦੀ ਵਾਰ ਦੀਆਂ ਪਹਿਲੀਆਂ 20 ਪੌੜੀਆਂ ਹਨ, ਮਹਾਰਾਜ ਨੇ ਉੱਥੇ ਉਚਾਰੀਆਂ ਤੇ ਨਾਲ ਹੁਕਮ ਕੀਤਾ 10 ਦਿਨ। ਮਹਾਰਾਜ ਕਹਿੰਦੇ ਜੈਤ ਸਰੀ ਦੀ ਵਾਰ ਦੀ ਕਥਾ ਔਰ ਨਾਲ ਨਾਲ ਸ਼ਲੋਕ ਸਹਿਸਕ੍ਰਿਤੀ ਦੇ ਜਿਹੜੇ ਹਨ ਉਹਨਾਂ ਦੀ ਕਥਾ ਹੋਵੇ। ਗੁਰਸਿੱਖ ਦੀ ਅੰਤਮ ਕਿਰਿਆ 10 ਦਿਨ ਇਹ ਕਥਾ ਹੋਵੇ ਨਿਰੰਤਰ, ਔਰ 10ਵੇਂ ਦਿਨ ਜਾ ਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣ, ਫਿਰ ਉਸ ਗੁਰਸਿੱਖ ਨੂੰ ਮੁਕਤੀ ਮਿਲਦੀ ਹੈ। ਇਹ ਮਰਿਆਦਾ ਮਹਾਰਾਜ ਨੇ ਦਿੱਤੀ। ਮਹਾਂਪੁਰਖ ਗੁਰਬਾਣੀ ਪਾਠ ਦਰਪਣ ਵਿੱਚ ਲਿਖਦੇ ਕਹਿੰਦੇ, ਜਦੋਂ ਮੱਧ ਦੀ ਅਰਦਾਸ ਹੋਣੀ ਹੁੰਦੀ, ਕਈ ਜਿਹੜੇ ਪੋਠੋ ਹਾਰੀਏ ਨਾ, ਇਹ ਅੱਜ ਥੋੜਾ ਇਹ ਕੱਲ ਪਰਸੋਂ ਹੀ ਥੋੜਾ ਮੰਜੀ ਸਾਹਿਬ ਤੋਂ ਬੋਲਿਆ ਹੈ, ਪਹਿਲਾਂ ਵੀ ਇਦਾਂ ਦੇ ਬਹੁਤ ਵਿਦਵਾਨ ਨੇ, ਥਾਂ ਥਾਂ ਤੇ ਤਰਕਾਂ ਪੈਦਾ ਕਰਦੇ ਹਨ, ਥਾਂ ਥਾਂ ਤੇ ਸ਼ੰਕੇ ਪਾਉਂਦੇ ਹਨ। ਮਹਾਂਪੁਰਖਾਂ ਨੇ ਵੀ ਲਿਖਿਆ ਗੁਰਬਾਣੀ ਪਾਠ ਦਰਪਣ ਦੇ ਅੰਦਰ, ਕਹਿੰਦੇ ਮੱਧ ਦੀ ਅਰਦਾਸ ਕਈ ਸੂਹੀ ਰਾਗ ਵਿੱਚ ਵੀ ਕਰ ਦਿੰਦੇ ਐ, ਕਈ ਧਨਾਸਰੀ ਰਾਗ ਵਿੱਚ ਵੀ ਕਰਨ ਲੱਗ ਪੈਂਦੇ ਹਨ। ਪਰ ਜੋ ਮਰਿਆਦਾ ਅਨੁਸਾਰ ਪੁਰਾਤਨ ਮਰਿਆਦਾ ਚਲੀ ਆਉਂਦੀ ਹੈ, ਉਸ ਗੁਰਮਤਿ ਦੀ ਮਰਿਆਦਾ ਦੇ ਅਨੁਸਾਰ ਜਦੋਂ ਗੁਰਬਾਣੀ ਪੜ੍ਹਦਾ ਹੋਇਆ ਹਜ਼ੂਰੀ ਵਿੱਚ ਬੈਠਾ ਹੋਇਆ ਪਾਠੀ ਸਿੰਘ ਪੰਕਤੀਆਂ ਦਾ ਜਾਪ ਕਰੇ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਜਦੋਂ ਇਸ ਪੰਕਤੀ ਦਾ ਜਾਪ ਆਦ ਪੂਰਨ ਮੱਧ ਪੂਰਨ ਰਸਨਾ ਤੇ ਹੋਵੇ, ਤੇ ਅਰਦਾਸੀਆ ਸਿੰਘ ਖੜਾ ਹੋ ਕੇ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ, ਇਹ ਆਰੰਭ ਕਰ ਦੇਵੇ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਅਰਦਾਸ ਆਰੰਭ ਹੋ ਜਾਵੇ। ਕਈ ਅਣਜਾਣ ਪੁਣੇ ਵਿੱਚ ਜਾਂ ਇਹੋ ਜਿਹਾਂ ਦੇ ਪਾਏ ਹੋਏ ਭੁਲੇਖਿਆਂ ਦੇ ਕਾਰਨ ਸਾਰੀ ਜੈਤ ਸਰੀ ਦੀ ਵਾਰ ਪੜ੍ਹੀ ਜਾਂਦੀ, ਪਾਠ ਕਿੰਨੇ ਅੰਗ ਅੱਗੇ ਚਲਿਆ ਜਾਂਦਾ ਹੈ, ਤੇ ਫਿਰ ਜਾ ਕੇ ਮੱਧ ਦੀ ਅਰਦਾਸ ਕਰਦੇ ਹਨ। ਕਈ ਪਹਿਲਾਂ ਸੋਰਠ ਰਾਗ ਵਿੱਚ ਹੀ ਕਰ ਦਿੰਦੇ ਹਨ। ਐਸੇ ਸ਼ੰਕੇ ਵਿੱਚ ਨਹੀਂ ਪੈਣਾ। ਮੱਧ ਦੀ ਅਰਦਾਸ ਅੰਗਾਂ ਦੀ ਗਿਣਤੀ ਕਰਕੇ ਨਹੀਂ ਹੋਈ, ਅੱਜ ਤੱਕ ਨਾ ਹੋਈ ਹੈ ਨਾ ਹੋਵੇਗੀ। ਮੱਧ ਦੀ ਅਰਦਾਸ ਗੁਰਬਾਣੀ ਦੇ ਸ਼ਬਦਾਂ ਦੀ ਗਿਣਤੀ ਨਾਲ ਹੁੰਦੀ ਹੈ, ਤੇ ਗੁਰਬਾਣੀ ਦੇ ਸ਼ਬਦ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਪਰਮਾਤਮਾ ਦੇ ਪਰਮਾਰਥੀ ਅਰਥ ਵੀ ਇਹਦੇ ਜੋੜਿਓ, ਤੇ ਸੰਸਾਰਿਕ ਤੌਰ ਤੇ ਬਾਹਰਲੀ ਅਰਥ ਵੀ ਜੋੜਿਓ। ਆਦ ਪੂਰਨ, ਉਹ ਅਕਾਲ ਪੁਰਖ ਪਰਮਾਤਮਾ ਆਦ ਕਾਲ ਵਿੱਚ ਵੀ ਪੂਰਾ ਹੈ। ਗੁਰਬਾਣੀ ਦੀ ਆਰੰਭਤਾ ਕਰਦੇ ਕਿਹੜੇ ਬਚਨ ਪੜ੍ਹਦੇ ਹੋ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਵੇਂ ਆਰੰਭਤਾ ਵਿੱਚ ਵੀ ਕਿਹਾ, ਉਹ ਪਰਮੇਸ਼ਰ ਪੂਰਾ ਪਹਿਲਾਂ ਵੀ ਸੀ, ਆਦ ਕਾਲ ਤੋਂ ਹੈ, ਮੌਜੂਦ ਸਮੇਂ ਵਿੱਚ ਵੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ, ਸਦਾ ਹੀ ਰਹਿਣ ਵਾਲਾ ਹੈ।
ਇਸੇ ਤਰ੍ਹਾਂ ਮੱਧ ਭਾਗ ਵਿੱਚ ਜਾ ਕੇ ਮਹਾਰਾਜ ਨੇ ਕਿਹਾ, ਉਹ ਪ੍ਰਮਾਤਮਾ ਜਦੋਂ ਗੁਰਬਾਣੀ ਦਾ ਪਾਠ ਆਰੰਭ ਹੋਇਆ ਸੀ ਸਤਿਗੁਰੂ ਉਦੋਂ ਵੀ ਯਾਦ ਪੂਰਨ ਉਦੋਂ ਵੀ ਤੁਸੀਂ ਵਰਤੇ। ਹੁਣ ਗੁਰਬਾਣੀ ਮੱਧ ਭਾਗ ਵਿੱਚ ਪੁੱਜੀ ਹੈ ਮਹਾਰਾਜ, ਹੁਣ ਵੀ ਆਪ ਜੀ ਵਰਤੇ ਹੋ ਤੇ ਕਿਰਪਾ ਕਰਿਓ। ਜਦੋਂ ਅੰਤ ਪੂਰਨ ਪਰਮੇਸ਼ਵਰ ਹੈ, ਜਦੋਂ ਗੁਰਬਾਣੀ ਦੇ ਸੰਪੂਰਨ ਭੋਗ ਪਾਏ ਜਾਣਗੇ ਉਦੋਂ ਵੀ ਆਪ ਜੀ ਨੇ ਵਰਤਣਾ ਔਰ ਵਰਤ ਕੇ ਮਹਾਰਾਜ ਇਸ ਬਾਣੀ ਨੂੰ ਸੰਪੂਰਨ ਕਰਨਾ, ਫਲ ਦੇਣਾ। ਉਹ ਅਕਾਲ ਪੁਰਖ ਦੇ ਪਰਥਾਏ ਇਹ ਅਰਥ ਹਨ। ਉਹ ਅਕਾਲ ਪੁਰਖ ਆਦਿ ਵਿੱਚ ਵੀ ਪੂਰਾ, ਗੁਰਬਾਣੀ ਦੇ ਮੱਧ ਭਾਗ ਵਿੱਚ ਵੀ ਪੂਰਾ ਤੇ ਸੰਪੂਰਨਤਾ ਤੇ ਵੀ ਪੂਰਾ ਹੈ। ਇਸ ਲਈ ਮੈਂ ਬੇਨਤੀ ਕਰਦਾ ਉਸ ਵਿਦਵਾਨ ਨੂੰ, ਤੁਹਾਡਾ ਦਾਲ ਫੁਲਕਾ ਚੱਲਦਾ ਚਲਾਈ ਚੱਲੋ। ਇਵੇਂ ਸਿੱਖਾਂ ਦੇ ਵਿੱਚ ਏਡੀਆਂ ਮਹਾਨ ਸਟੇਜਾਂ ਤੇ ਬਹਿ ਕੇ ਤੁਹਾਨੂੰ ਸਮਾਂ ਮਿਲਦਾ ਗੁਰਬਾਣੀ ਦਾ ਪ੍ਰਚਾਰ ਕਰਨ ਵਾਸਤੇ, ਕਿਉਂਕਿ ਤੁਹਾਡਾ ਪਹਿਰਾਵਾ ਸਿੱਖਾਂ ਵਾਲਾ ਹੈ। ਤੁਸੀਂ ਆਪਣੇ ਨਾਮ ਪਿੱਛੇ ਗਿਆਨੀ ਸਿੰਘ ਲਾਇਆ ਹੋਇਆ ਹੈ, ਤੁਸੀਂ ਸਿੱਖ ਹੋ ਪਹਿਰਾਵੇ ਕਰਕੇ। ਤੇ ਜੇ ਸਿੱਖ ਹੋਣ ਦੇ ਨਾਤੇ ਤੁਹਾਨੂੰ ਮੰਜੀ ਸਾਹਿਬ ਤੋਂ ਸਮਾਂ ਮਿਲਦਾ ਨਾ ਬੋਲਣ ਦਾ, ਵੀ ਕਥਾ ਕਰੋ, ਗੁਰਬਾਣੀ ਦਾ ਪ੍ਰਚਾਰ ਕਰੋ, ਸੰਗਤ ਨੂੰ ਸੁਣਾਓ, ਤੇ ਸਹੀ ਗੱਲ ਕਰਿਆ ਕਰੋ, ਗਲਤ ਪ੍ਰਚਾਰ ਕਰਕੇ ਭੁਲੇਖੇ ਵਿੱਚ ਨਾ ਪਾਇਆ ਕਰੋ ਸੰਗਤ ਨੂੰ। ਪਹਿਲਾਂ ਹੀ ਤੁਸੀਂ ਬੜੇ ਸ਼ੰਕੇ ਖੜੇ ਕੀਤੇ ਐ, ਕਦੇ ਸਰੋਵਰਾਂ ਤੇ ਕਰਦੇ ਹੋ, ਕਦੇ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਕਰਦੇ ਹੋ, ਕਦੇ ਨਿਤਨੇਮ ਤੇ ਸ਼ੰਕਾ, ਕਦੇ ਅੰਮ੍ਰਿਤ ਸੰਚਾਰ ਤੇ ਸ਼ੰਕਾ, ਤਰ੍ਹਾਂ ਤਰ੍ਹਾਂ ਕਰਕੇ ਤਰਕਾਂ ਕਰ ਰਹੇ ਹੋ। ਸਿਰਫ ਇਸੇ ਭੁਲੇਖੇ ਵਿੱਚ ਹੀ ਕਰੀ ਜਾਂਦੇ ਐ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਸਿੱਖ ਗੁਰੂ ਕੋਲੋਂ ਦੂਰ ਹੋ ਜਾਣ, ਕਿਤੇ ਨਾ ਕਿਤੇ ਅਰਦਾਸ ਕਰਨੀ ਛੱਡ ਦੇਣ। ਉਹ ਕਹਿੰਦਾ ਅਰਦਾਸ ਭੁਲੇਖੇ ਵਿੱਚ ਹੀ ਕਰਦੇ, ਇਸ ਹਿਸਾਬ ਦੇ ਨਾਲ ਤੇ ਫਿਰ ਬਾਣੀ ਦਾ ਬਚਨ ਹੈ, ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਫਿਰ ਸਵਾਲ ਦਾ ਜਵਾਬ ਦੇ ਦਓਗੇ ਵੀ ਕਿਹਦੇ ਅੱਗੇ ਅਰਦਾਸ ਕਰਦੇ ਹੋ, ਤਾਂ ਬਿਨਾਂ ਬੋਲੇ ਸਭ ਕੁਝ ਜਾਣਦਾ। ਫਿਰ 5-5, 10-10 ਮਿੰਟ, 15-15 ਮਿੰਟ ਖੜੇ ਹੱਥ ਜੋੜ ਕੇ ਅਰਦਾਸ ਕਰੀ ਜਾਂਦੇ, ਕਿਹਨੂੰ ਕਰਦੇ ਹੋ ਜਦੋਂ ਜਾਣਦਾ ਸਭ ਕੁਝ। ਫਿਰ ਤਾਂ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਅਰਦਾਸ ਦੀ ਵੀ ਜ਼ਰੂਰਤ ਨਹੀਂ, ਫਿਰ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਅਰਦਾਸ ਦੀ ਵੀ ਜ਼ਰੂਰਤ ਨਹੀਂ ਹੈ। ਜੇ ਮੱਧ ਦੀ ਨਹੀਂ ਤਾਂ ਫਿਰ ਭੋਗ ਦੀ ਆਰੰਭਤਾ ਦੀ ਕਿਉਂ ਕਰਦੇ ਹੋ? ਪਰ ਨਹੀਂ ਭਾਈ, ਇੱਕ ਮਰਿਆਦਾ ਹੁੰਦੀ ਹੈ, ਉਸ ਮਰਿਆਦਾ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ। ਜੋ ਮਹਾਰਾਜ ਨੇ ਰਸਤਾ ਦੱਸਿਆ ਉਸ ਰਸਤੇ ਤੇ ਚੱਲੋ, ਸ਼ੰਕੇ ਨਾ ਪਾਓ। ਤਰ੍ਹਾਂ ਤਰ੍ਹਾਂ ਦੇ ਕਥਾ ਕਰਨੀ ਗੁਰਬਾਣੀ ਦੀ ਕਰੋ, ਜਿਹੜੀ ਗੱਲ ਦੀ ਨਾ ਸਮਝ ਹੋਵੇ ਉਹਦੇ ਬਾਰੇ ਬਹੁਤਾ ਨਹੀਂ ਬੋਲੀਦਾ ਹੈ, ਜਾਂ ਕਿਸੇ ਮਹਾਂਪੁਰਖ ਦੀ ਸੰਗਤ ਕਰਕੇ, ਕਿਸੇ ਵਿਦਵਾਨ ਦੀ ਸੰਗਤ ਵਿੱਚ ਬਹਿ ਕੇ ਥੋੜਾ ਬਹੁਤ ਸੁਣ ਲਈਦਾ, ਪੜ੍ਹ ਲਈਦਾ, ਸਮਝ ਲਈਦਾ ਹੈ। ਇਸ ਕਰਕੇ ਇਹੋ ਜਿਹਾ ਲੋਕਾਂ ਤੋਂ ਸੁਚੇਤ ਰਵੋ ਜਿਹੜੇ ਤਰ੍ਹਾਂ ਤਰ੍ਹਾਂ ਕਰਕੇ ਸ਼ੰਕੇ ਪਾਉਂਦੇ ਹਨ। ਮਹਾਰਾਜ ਜੀ ਤੇ ਭਰੋਸਾ ਰੱਖੋ, ਸੁਚੇਤ ਹੋ ਕੇ, ਤਤਪਰ ਹੋ ਕੇ। ਜਿਵੇਂ ਹਨੂਮਾਨ ਨੂੰ ਡਰ ਸੀ ਨਾ ਵੀ ਮੈਂ ਆਪਣੇ ਭਗਵਾਨ ਦੀ ਆਗਿਆ ਦਾ ਉਲੰਘਣ ਨਾ ਕਰ ਦਵਾਂ, ਇਵੇਂ ਮਨ ਵਿੱਚ ਖੌਫ ਰੱਖਿਆ ਕਰੋ ਮੇਰੇ ਗੁਰੂ ਦੀ ਆਗਿਆ ਦਾ ਉਲੰਘਣ ਨਾ ਹੋ ਜਾਵੇ। ਇਹ ਮੱਧ ਲਾਉਣ ਦੀ ਆਗਿਆ ਸਤਿਗੁਰਾਂ ਨੇ ਦਿੱਤੀ ਹੈ। ਇਹੋ ਜਿਹੇ ਵਿਦਵਾਨਾਂ ਨੂੰ ਥੋੜਾ ਪੁੱਛ ਕੇ ਅਸੀਂ ਅਰਦਾਸ ਕਰਨੀ ਵੀ ਕਰੀਏ ਕਿ ਨਾ ਕਰੀਏ। ਇਸ ਕਰਕੇ ਸਤਿਗੁਰੂ ਦਾ ਭੈ ਰੱਖਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਕਥਾ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ, ਹਨੂਮਾਨ ਸੋਚਦਾ ਜੇ ਤਜ ਜਾਊਂ ਗਿਰਾ ਮਮ ਝੂਠ ਹੋਵੈ, ਐਸ ਵਿਚਾਰ ਰਹਿਓ ਤੇ ਠਾਈ। ਜੇ ਮੈਂ ਛੱਡ ਕੇ ਚਲਾ ਗਿਆ ਮੇਰੇ ਬਚਨ ਝੂਠੇ ਹੋ ਜਾਣਗੇ। ਇਸ ਵਿਚਾਰ ਨੂੰ ਕਰਕੇ ਫਿਰ ਉਹਨੇ ਪਤਾ ਕੀ ਕੀਤਾ, ਉਸ ਪਹਾੜ ਨੂੰ ਸਿਰ ਤੇ ਚੱਕ ਕੇ ਉੱਥੇ ਹੀ ਬਹਿ ਗਿਆ, ਆਇਆ ਹੀ ਨਾ ਰਾਮ ਜੀ ਦੇ ਕੋਲ। ਸ੍ਰੀ ਰਘੁਬੀਰ ਕਹਿਓ ਸੁਨ ਕੈ ਜੁਗ ਦੁਆਪਰ ਮੈਂ ਧਰ ਹੋ ਅਵਤਾਰੂ। ਸ੍ਰੀ ਰਘੁਬੀਰ ਰਾਮਚੰਦਰ ਜੀ ਨੂੰ ਜਦੋਂ ਬਾਂਦਰਾਂ ਨੇ ਆਣ ਕੇ ਗੱਲ ਸੁਣਾਈ ਨਾ, ਉਹਦੇ ਨਾਲ ਦੇ ਸਾਥੀਆਂ ਨੇ, ਇਹ ਸ਼ਬਦ ਨੂੰ ਹਾਸੋ ਹੀਣਾ ਨਾ ਲਿਓ, ਬਾਂਦਰ ਸ਼ਬਦ ਕਥਾ ਵਿੱਚ ਹੀ ਆਇਆ ਹੈ। ਇਹ ਰਾਮ ਜੀ ਦੀ ਸੇਵਾ ਵਿੱਚ ਲੱਗੇ ਹੋਏ ਸਨ। ਇਹ ਫੌਜ ਸੀ, ਬਾਂਦਰਾਂ ਦੀ ਸੈਨਾ ਸੀ, ਮੁਖੀ ਇਹਨਾਂ ਦਾ ਹਨੂਮਾਨ ਸੀ। ਇਸ ਕਰਕੇ ਇਹ ਨਾਮ ਵਾਰੀ-ਵਾਰੀ ਵਰਤਿਆ ਜਾ ਰਿਹਾ ਹੈ। ਜਦੋਂ ਇਹਨਾਂ ਨੇ ਕਿਹਾ ਨਾ ਵੀ ਰਾਮ ਜੀ ਇਸ ਕਰਕੇ ਨਹੀਂ ਹਨੂਮਾਨ ਆਏ, ਤਾਂ ਫਿਰ
ਰਾਮ ਜੀ ਅੱਗੋਂ ਕਹਿਣ ਲੱਗੇ, ਜੁਗ ਦਵਾਪਰ ਮੈਂ ਧਰਹੂੰ ਅਵਤਾਰੂ। ਕਹਿੰਦੇ ਜਾਓ ਤੇ ਜਾ ਕੇ ਹਨੂਮਾਨ ਸੂਰਬੀਰ ਨੂੰ ਕਹੋ, ਅਸੀਂ ਦੁਆਪਰ ਯੁੱਗ ਦੇ ਵਿੱਚ ਅਵਤਾਰ ਧਾਰਨ ਕਰਾਂਗੇ। ਉਪਰ ਤਾਂ ਕੇ ਬਿਲਾਸ ਕਰੋ, ਚਿਰਕਾਲ ਲੋ ਮੈਂ ਪਗ ਸੰਗ ਬਿਹਾਰੂ। ਔਰ ਉਹ ਜਿਹੜਾ ਪਹਾੜ ਇਹਨਾਂ ਚੱਕਿਆ ਸੀ ਨਾ ਹਨੂਮਾਨ ਨੇ, ਮਹਾਰਾਜ ਨੇ ਇੱਥੇ ਸੁਣਾਇਆ ਭਾਈ ਮਰਦਾਨਾ ਜੀ ਨੂੰ। ਕਹਿੰਦੇ ਰਾਮ ਜੀ ਕਹਿਣ ਲੱਗੇ, ਦੁਆਪਰ ਯੁੱਗ ਵਿੱਚ ਅਵਤਾਰ ਧਾਰ ਕੇ ਇਸੇ ਪਹਾੜ ਤੇ ਅਸੀਂ ਵਿਚਰਾਂਗੇ। ਪਹਾੜ ਦੀ ਇੱਛਾ ਇਹ ਸੀ ਵੀ ਹਨੂਮਾਨ ਜੇ ਮੈਨੂੰ ਲੈ ਕੇ ਚੱਲਿਆ ਤੇ ਰਾਮ ਜੀ ਦੇ ਪੈਰਾਂ ਹੇਠ ਰੱਖੀ। ਇਸ ਕਰਕੇ ਇੱਥੇ ਵਿਸ਼ੇਸ਼ ਲਿਖਦੇ, ਕਹਿੰਦੇ ਫਿਰ ਆਪਣੇ ਪੈਰਾਂ ਨਾਲ ਚੱਲ ਕੇ ਇਸ ਪਹਾੜ ਦੇ ਉੱਪਰ ਸੈਰ ਕਰਾਂਗੇ ਦੁਆਪਰ ਯੁੱਗ ਵਿੱਚ। ਸੋ ਸੁਨ ਕੇ ਹਨੂਮਾਨ ਕੇ ਤੀਰ ਗਇਓ, ਸਭ ਹੀ ਬਿਦ ਕੀਨ ਉਚਾਰੂ। ਸੋ ਇਹ ਸਾਰੀ ਕਹਾਣੀ ਸੁਣ ਕੇ ਹਨੂਮਾਨ ਜੀ ਦੇ ਕੋਲ ਚਲੇ ਗਏ ਤੇ ਜਾ ਕੇ ਜੋ ਰਾਮ ਜੀ ਨੇ ਸਮਝਾਇਆ ਸੀ ਸਭ ਦੱਸ ਦਿੱਤਾ। ਤੋ ਹਨੂਮਾਨ ਪਿਆਨ ਕੀਓ, ਜਹ ਠਾਂਡੇ ਹੁਤੇ ਰਘੁਬੰਸ ਕੁਮਾਰੂ। ਫਿਰ ਉਸ ਸਮੇਂ ਇਸ ਪਹਾੜ ਨੂੰ ਉੱਥੇ ਰੱਖ ਕੇ ਤੇ ਹਨੂਮਾਨ ਜੀ ਰਾਮ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਜਿੱਥੇ ਰਾਮ ਜੀ ਖੜੇ ਸਨ ਉੱਥੇ ਆਏ ਹਨ। ਤਬ ਕੋ ਇਹ ਥਾਨ ਤਰਾ ਸੋ ਤਰਾ, ਤਰ ਤਾਰੇ ਅਵਤਾਰ ਮੁਰਾਰ ਸੁਹਾਏ। ਮਹਾਰਾਜ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿੰਦੇ, ਭਾਈ ਮਰਦਾਨਿਆ ਉਦੋਂ ਦਾ ਫਿਰ ਇਹ ਪਹਾੜ ਜਿਹੜਾ ਨਾ ਇੱਥੇ ਹੀ ਟਿਕਿਆ ਹੋਇਆ ਹੈ, ਇਸੇ ਜਗ੍ਹਾ ਤੇ ਹੀ ਇੱਥੇ ਟਿਕਿਆ ਹੋਇਆ ਤੇ ਇਹਦੀ ਬੜੀ ਮਹਾਨਤਾ ਵੀ ਹੀ ਸਨਾਤਨ ਧਰਮ ਦੇ ਲੋਕ ਮੰਨਦੇ ਹਨ। ਇਹਦਾ ਸਤਿਕਾਰ ਵੀ ਕਰਦੇ ਆ ਬਹੁਤਾ। ਸਭ ਗੋਪਨ ਮੈਂ ਮਿਲ ਕੇ ਮਧੂਸੂਦਨ, ਬਾਲਿਕ ਸੰਗ ਮੈਂ ਖੇਲ ਮਚਾਈ। ਕਹਿੰਦੇ ਕ੍ਰਿਸ਼ਨ ਭਗਵਾਨ ਨੇ ਫਿਰ ਦੁਆਪਰ ਯੁੱਗ ਵਿੱਚ ਅਵਤਾਰ ਧਾਰਨ ਕੀਤਾ ਹੈ ਤੇ ਸਾਰੀਆਂ ਗੋਪੀਆਂ ਦੇ ਨਾਲ ਮਿਲ ਕੇ, ਬਾਲਕਾਂ ਦੇ ਨਾਲ ਮਿਲ ਕੇ ਇਸ ਪਹਾੜ ਤੇ ਬੜੇ ਖੇਡ ਖੇਡੇ ਆ, ਵਿਚਰੇ ਹਨ। ਇਹ ਜਾਨ ਪੁਨੀਤ ਪਹਾੜ, ਬੜੋ ਪਦ ਕੇਸਵਨੀ ਬਹੁ ਕਾਲ ਲਗਾਏ। ਇਸ ਪਹਾੜ ਨੂੰ ਵੱਡਾ ਜਾਣ ਕੇ, ਮਹਾਨ ਜਾਣ ਕੇ, ਪਵਿੱਤਰ ਜਾਣ ਕੇ ਬਹੁਤ ਸਮਾਂ ਇੱਥੇ ਉਸ ਕ੍ਰਿਸ਼ਨ ਭਗਵਾਨ ਜੀ ਨੇ ਬਤੀਤ ਕੀਤਾ, ਗੁਜ਼ਾਰਿਆ ਹੈ। ਇਹ ਨਾਸ ਕਰੇ ਸਭ ਦੈਤਨ ਕੋ ਕੁਲ, ਔਰ ਤਰਾ ਬਹੁ ਪਾਰ ਮਿਟਾਏ। ਕੌਣ ਕ੍ਰਿਸ਼ਨ ਭਗਵਾਨ? ਸਿੱਖੋ, ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਹੈ, ਕਿਸੇ ਧਰਮ ਦਾ ਨਿਰਾਦਰ ਸਿੱਖ ਨਹੀਂ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੀਵਨ ਪੜ੍ਹੋਗੇ, ਚੰਗੀ ਤਰ੍ਹਾਂ ਪੜ੍ਹਿਓ, ਸੁਣਿਓ ਤੇ ਤੁਹਾਨੂੰ ਸਮਝ ਆ ਜਾਵੇਗੀ ਵੀ ਸਾਡੇ ਸਤਿਗੁਰਾਂ ਨੇ ਧਰਮ ਦੇ ਵਿਸ਼ੇ ਦੇ ਉੱਪਰ ਕਿੰਨਾ ਜ਼ੋਰ ਦਿੱਤਾ ਤੇ ਕਿੰਨਾ ਸਾਨੂੰ ਸੁਚੇਤ ਕੀਤਾ। ਉਹ ਭਾਵੇਂ ਆਪਣਾ ਹੋਵੇ ਭਾਵੇਂ ਕਿਸੇ ਦਾ ਹੋਵੇ। ਉਹ ਜਿਹੜੇ ਸਿੱਖਾਂ ਦਾ ਗੁਰੂ ਜੰਜੂ ਨੂੰ ਬਚਾਉਣ ਦੇ ਖਾਤਰ, ਧਰਮ ਨੂੰ ਬਚਾਉਣ ਦੇ ਖਾਤਰ ਆਪਣਾ ਸਿਰ ਦੇ ਦਵੇ, ਉਸ ਗੁਰੂ ਦੇ ਸਿੱਖ ਕਿਸੇ ਧਰਮ ਨੂੰ ਕਿਵੇਂ ਮਾੜਾ ਬੋਲ ਸਕਦੇ ਹਨ? ਕਿਵੇਂ ਕਹਿ ਸਕਦੇ ਹਿੰਦੂ ਮਾੜੇ ਐ, ਮੁਸਲਮਾਨ ਮਾੜੇ ਹਨ, ਆਹ ਮਾੜਾ ਉਹ ਮਾੜਾ, ਅਸੀਂ ਚੰਗੇ ਨਹੀਂ। ਸਭ ਹੀ ਚੰਗੇ ਨੇ ਆਪੋ ਆਪਣੇ ਥਾਂ। ਮਹਾਰਾਜ ਨੂੰ ਪੁੱਛਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਸਤਿਗੁਰੂ ਕੌਣ ਚੰਗਾ, ਹਿੰਦੂ, ਮੁਸਲਮਾਨ ਕਿ ਜਾਂ ਖਾਲਸਾ? ਤੇ ਸਤਿਗੁਰੂ ਕਹਿੰਦੇ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਤੁਹਾਨੂੰ ਤੁਹਾਡਾ ਮੁਬਾਰਕ, ਤੁਹਾਡੇ ਦਾ ਨਿਰਾਦਰ ਨਹੀਂ ਹੈ ਤੇ ਸਾਨੂੰ ਸਾਡਾ ਮੁਬਾਰਕ। ਇਹ ਨਹੀਂ ਕਹਿੰਦੇ ਤੁਹਾਡੇ ਰਾਜਿਆਂ ਦੇ ਤਰ੍ਹਾਂ ਵੀ ਆਓ ਹਿੰਦੂ ਛੱਡ ਕੇ ਮੁਸਲਮਾਨ ਬਣੋ, ਇਹ ਨਹੀਂ ਕਹਿੰਦੇ। ਹਾਂ, ਪਰ ਇਹ ਵੀ ਨਹੀਂ ਕਹਿੰਦੇ ਵੀ ਸਿੱਖੋ ਸਿੱਖੀ ਛੱਡ ਕੇ ਮੁਸਲਮਾਨ ਬਣ ਜਾਓ, ਸਿੱਖੀ ਛੱਡ ਕੇ ਹਿੰਦੂ ਹੋ ਜਾਓ। ਨਹੀਂ, ਸਿੱਖ ਆਪਣੇ ਧਰਮ ਵਿੱਚ ਪਰਪੱਕ ਰਵੇ। ਵੱਡੇ ਮਹਾਂਪੁਰਖ, ਅਮਰ ਸ਼ਹੀਦ ਮਹਾਂਪੁਰਖ, ਸੱਚਖੰਡ ਵਾਸੀ ਬ੍ਰਹਮ ਗਿਆਨੀ, ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਦਮਦਮੀ ਟਕਸਾਲ ਦੇ 14ਵੇਂ ਮੁਖੀ ਮਹਾਂਪੁਰਖ ਜਦੋਂ ਪ੍ਰਚਾਰ ਕਰਦੇ ਸਨ ਨਾ, ਇਸੇ ਸਟੇਜ ਤੋਂ, ਇਸੇ ਸਥਾਨ ਤੋਂ ਜਾਂ ਸੰਗਤਾਂ ਵਿੱਚ ਹੋਰ ਵੀ ਵਿਚਰ ਕੇ, ਤਾਂ ਉਹਨਾਂ ਦਾ ਬੋਲ ਸੀ ਵੀ ਹਿੰਦੂ ਗੀਤਾ ਦਾ ਧਾਰਨੀ ਹੋਵੇ,
ਆਪਣੇ ਧਰਮ ਵਿੱਚ ਪਰਪੱਕ ਰਵੇ। ਮੁਸਲਮਾਨ ਕੁਰਾਨ ਸ਼ਰੀਫ ਨੂੰ ਪੜ੍ਹੇ, ਆਪਣੇ ਧਰਮ ਵਿੱਚ ਪਰਪੱਕ ਰਵੇ। ਉਹਦੇ 5 ਵਕਤ ਦਾ ਨਿਵਾਜੀ ਹੋ ਕੇ ਨਿਵਾਜਾਂ ਗੁਜ਼ਾਰੇ, ਧਰਮ ਵਿੱਚ ਪਰਪੱਕਤਾ ਰੱਖੇ। ਸਾਡਾ ਨਾ ਹਿੰਦੂ ਨਾਲ ਵੈਰ ਹੈ, ਨਾ ਮੁਸਲਮਾਨ ਦੇ ਨਾਲ ਹੈ। ਸਾਡੇ ਸਾਰੇ ਹੀ ਆਪਣੇ ਹਨ, ਸਾਰਿਆਂ ਦਾ ਹੀ ਸਤਿਕਾਰ ਹੈ। ਮਾੜੇ ਹਰ ਧਰਮ ਵਿੱਚ ਹੁੰਦੇ, ਮੁਸਲਮਾਨਾਂ ਵਿੱਚ ਵੀ ਹਨ, ਹਿੰਦੂਆਂ ਦੇ ਵਿੱਚ ਵੀ ਹਨ, ਤੇ ਸਾਡੇ ਸਿੱਖਾਂ ਦੇ ਵਿੱਚ ਵੀ ਹੈਗੇ ਹੈ। ਸ਼ੰਕੇ ਪਾਉਣ ਵਾਲੇ, ਮਾੜਾ ਬੋਲਣ ਵਾਲੇ, ਇਹਨਾਂ ਦਾ ਕੰਮ ਸਿਰਫ ਇੰਨਾ ਕੁ ਹੁੰਦਾ, ਤਰਕ ਖੜੀ ਕਰਕੇ ਆਪ ਪਾਸੇ ਹੋ ਜਾਓ, ਫਿਰ ਆਪਸ ਵਿੱਚ ਲੜੀ ਜਾਣ ਦਿਓ। ਇਸ ਕਰਕੇ ਸਤਿਕਾਰ ਹੈ ਸਭ ਦਾ। ਜੇ ਕੋਈ ਕ੍ਰਿਸ਼ਨ ਨੂੰ ਕ੍ਰਿਸ਼ਨ ਭਗਵਾਨ ਕਹਿ ਰਿਹਾ ਤਾਂ ਉਹਨੂੰ ਇਹ ਨਾ ਕਿਉਂ ਵੀ ਇਹ ਹਿੰਦੂ ਹੋ ਗਿਆ। ਅਸੀਂ ਫਤਵਾ ਬੜੀ ਛੇਤੀ ਜਾਰੀ ਕਰ ਦਿੰਦੇ ਹਾਂ, ਲਓ ਜੀ ਫਲਾਣੇ ਗਿਆਨੀ ਨੇ ਕਥਾ ਕੀਤੀ, ਉਹ ਤਾਂ ਕ੍ਰਿਸ਼ਨ ਨੂੰ ਕ੍ਰਿਸ਼ਨ ਭਗਵਾਨ ਜਪਦਾ ਸੀ, ਇਹ ਤਾਂ ਹਿੰਦੂਆਂ ਦਾ ਹੈ, ਇਹ ਤਾਂ RSS ਦਾ ਹੈ। ਨਹੀਂ, ਜਿਵੇਂ ਕਥਾ ਵਿੱਚ ਲਿਖਿਆ, ਸਤਿਕਾਰ ਕਰੋ ਸਭ ਦਾ, ਪਰ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡੇ ਧੰਨ ਗੁਰੂ ਨਾਨਕ ਸਾਹਿਬ ਹੀ ਹਨ। ਕਿਸੇ ਨੇ 14 ਕਲਾ ਲਈਆਂ, ਕਿਸੇ ਨੇ 16 ਕਲਾ ਲੈ ਕੇ ਅਵਤਾਰ ਧਾਰਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਰਬ ਕਲਾ ਸਮਰੱਥ ਹੋਏ ਹਨ। ਆਪ ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਹੋਏ ਨੇ। ਇਸ ਕਰਕੇ ਮਹਾਰਾਜ ਦਾ ਸਨਮਾਨ ਵੱਡਾ ਹੈ ਤੇ ਸਾਨੂੰ ਮਾਣ ਕਰਨਾ ਚਾਹੀਦਾ। ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹਾਂ, ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਇਸ ਗੱਲ ਦਾ ਮਾਣ ਰੱਖਿਆ ਕਰੋ ਆਪਣੇ ਹਿਰਦੇ ਦੇ ਅੰਦਰ। ਮਹਾਂਪੁਰਖ ਕਹਿੰਦੇ, ਪਤਾ ਨਹੀਂ ਕਿੰਨੇ ਕੁ ਪੁੰਨ ਕੀਤੇ ਹੋਣ, ਕਿੰਨੇ ਕੁ ਪੁੰਨ। ਬੋੜ ਦੇ ਰੁੱਖ ਦੇ ਜਿੰਨੇ ਪੱਤੇ ਹੁੰਦੇ ਐ ਨਾ, ਇਸ ਤੋਂ ਵੀ ਦੁੱਗਣੇ ਚੌਗਣੇ ਕਿਤੇ ਪੁੰਨ ਕੀਤੇ ਹੋਣ, ਫਿਰ ਜਾ ਕੇ ਸਿੱਖਾਂ ਦੇ ਘਰ ਵਿੱਚ ਜਨਮ ਮਿਲਦਾ ਹੈ, ਫਿਰ ਜਾ ਕੇ ਸਿੱਖ ਦੇ ਘਰ ਪੈਦਾਇਸ਼ ਹੁੰਦੀ। ਉਹਦੇ ਤੇ ਲੱਗੀਆਂ ਹੋਈਆਂ ਗੋਲਾਂ ਹੋਣ ਜਿੰਨੀਆਂ, ਜੇ ਉਸ ਤੋਂ ਦੁੱਗਣੇ ਚੌਗਣੇ ਪੁੰਨ ਹੋਣ। ਇੱਕ ਉਦਾਹਰਨ ਦੇ ਕੇ ਸਮਝਾ ਰਹੇ ਨੇ, ਫਿਰ ਜਾ ਕੇ ਸਿੱਖੀ ਕਮਾਈ ਜਾਂਦੀ, ਭਾਵ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਹੋਈਦਾ ਹੈ। ਤੇ ਉਹਦੇ ਵਿੱਚ, ਉਹ ਗੋਲਾਂ ਦੇ ਵਿੱਚ ਜਿੰਨੇ ਨਿੱਕੇ ਨਿੱਕੇ ਦਾਣੇ ਬੀ ਹੁੰਦੇ, ਜੇ ਉਹ ਸਾਰੇ ਗਿਣ ਲਓ, ਉਹਨਾਂ ਤੋਂ ਗਾਂ ਕਿਤੇ 4 ਗੁਣਾ ਪੁੰਨ ਜ਼ਿਆਦੇ ਹੋਣ, ਤੇ ਫਿਰ ਜਾ ਕੇ ਸਿੱਖ ਜਿਹੜਾ ਹੈ ਨਿਤਨੇਮੀ ਹੁੰਦਾ, ਗੁਰੂ ਦੀ ਦਿੱਤੀ ਮਰਿਆਦਾ ਦਾ ਧਾਰਨੀ ਹੋ ਕੇ ਜੀਵਨ ਵਿੱਚ ਪਰਪੱਕ ਰਹਿੰਦਾ, ਗੁਰੂ ਵਾਲਾ ਬੰਦਾ ਹੈ। ਇਸ ਲਈ ਵੱਡੇ ਭਾਗ ਨੇ ਜੋ ਗੁਰੂ ਨਾਨਕ ਸਾਹਿਬ ਦੀ ਇਸ ਫੁਲਵਾੜੀ ਦੇ ਬਗੀਚੇ ਵਿੱਚ ਸਾਡੀ ਗਿਣਤੀ ਆਉਂਦੀ ਹੈ। ਤਾਂ ਕਰਕੇ ਭਾਈ ਸਨਮਾਨ ਸਾਰਿਆਂ ਦਾ ਹੀ ਰੱਖਿਆ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਕ੍ਰਿਸ਼ਨ ਜੀ ਨੇ ਬਹੁਤ ਸਮਾਂ ਇੱਥੇ ਕੌਤਕ ਕੀਤੇ। ਜਿਹ ਨਾਸ਼ ਕਰੇ ਸਭ ਦੈਂਤਨ ਕੇ ਕੁਲ। ਜਿਸ ਕ੍ਰਿਸ਼ਨ ਭਗਵਾਨ ਨੇ ਵੱਡਿਆਂ ਵੱਡਿਆਂ ਦੈਂਤਾਂ ਦੇ ਕੁਲਾਂ ਨੂੰ ਨਾਸ਼ ਕਰ ਦਿੱਤਾ ਜੰਗ ਲੜ ਕੇ, ਔਰ ਬਹੁਤ ਹੋਰ ਵੀ ਜਿਹੜੇ ਪਾਪ ਕਰਦੇ ਸਨ ਉਹਨਾਂ ਦਾ ਖਾਤਮਾ ਕੀਤਾ, ਸੰਸਾਰ ਵਿੱਚ ਆਪਣੇ ਭਗਤਾਂ ਨੂੰ ਸੁਖ ਦਿੱਤਾ। ਦੂਹਰਾ ਕਾਲਿੰਦਰੀ ਤਟ ਸ੍ਰੀ ਗੁਰੂ ਬੈਠੇ ਸਰਬ ਸੁਨਾਏ। ਕਾਲਿੰਦਰੀ ਤੋਂ ਭਾਵ ਹੈ ਜਮਨਾ ਦੇ ਕੰਢੇ ਤੇ ਮਹਾਰਾਜ ਬੈਠੇ ਨੇ, ਔਰ ਇਹ ਸਾਰੀ ਕਥਾ ਭਾਈ ਮਰਦਾਨਾ ਜੀ ਔਰ ਭਾਈ ਬਾਲਾ ਜੀ ਨੂੰ ਸੁਣਾ ਰਹੇ ਹਨ। ਮਰਦਾਨਾ ਹਰਖਤ ਭਇਓ ਗਿਰ ਪ੍ਰਸੰਗ ਕੋ ਪਾਏ। ਭਾਈ ਮਰਦਾਨਾ ਬਹੁਤ ਪ੍ਰਸੰਨ ਹੋਇਆ, ਬੜੀ ਖੁਸ਼ੀ ਹੋਈ ਹਿਰਦੇ ਦੇ ਅੰਦਰ। ਕਿਉਂ? ਗੁਰੂ ਨਾਨਕ ਸਾਹਿਬ ਦੇ ਬੋਲ ਸੁਣੇ ਹਨ, ਸਤਿਗੁਰੂ ਜੀ ਤੋਂ ਇਹ ਮਹਾਨ ਕਥਾ ਸੁਣੀ, ਇਹ ਵਿਸਤਾਰ ਸੁਣਿਆ, ਤੇ ਸੁਣ ਕੇ ਬੜੇ ਆਨੰਦ ਵਿੱਚ, ਬੜੇ ਖੇੜੇ ਵਿੱਚ ਆਏ ਨੇ। ਚੌਪਈ ਤਿਹ ਸਥਾਨ ਮੇਲਾ ਥੋ ਭਾਰੀ। ਇਸ ਸਥਾਨ ਤੇ ਜਮਨਾ ਦੇ ਕੰਢੇ ਕਹਿੰਦੇ ਬੜਾ ਭਾਰੀ ਮੇਲਾ ਲੱਗਿਆ ਹੋਇਆ ਸੀ। ਪਰਬ ਲਖਿਓ ਆਏ ਨਰ ਨਾਰੀ। ਬਹੁਤ ਸੰਗਤਾਂ, ਬਹੁਤ ਮਨੁੱਖ, ਇਸਤਰੀਆਂ, ਬੀਬੀਆਂ, ਮਾਈ ਭਾਈ ਇੱਥੇ ਆਏ ਸਨ ਪੁਰਬ ਜਾਣ ਕੇ। ਬ੍ਰਹਮਚਾਰੀ ਬੈਰਾਗੀ ਜਤੀ। ਬੜੇ ਬ੍ਰਹਮਚਾਰੀ ਆਏ, ਬੜੇ ਜਤੀ ਆਏ, ਬੜੇ ਬੈਰਾਗੀ ਆਏ, ਬੜੇ ਤਪਸਵੀ ਆਏ ਹਨ। ਤਰ੍ਹਾਂ ਤਰ੍ਹਾਂ ਦੇ ਭੇਖ ਨੇ, ਉਦਾਸੀਨ, ਤਪਸਵੀ, ਬੈਰਾਗੀ, ਜਤੀ ਸਤੀ,
ਬ੍ਰਹਮਚਾਰੀ ਕਈ ਤਰ੍ਹਾਂ ਦੇ ਭੇਸ ਹਨ, ਜਿਹੜੇ ਸਾਰਿਆਂ ਦਾ ਵਿਸ਼ਾ ਇੱਕੋ ਹੀ ਹੈ, ਭੇਸ ਵੱਖਰੇ ਵੱਖਰੇ ਹਨ। ਰਾਹ ਇੱਕੋ ਹੀ ਹੈ। ਰਾਹ ਕਿਹੜਾ ਹੈ? ਮੁਕਤੀ ਦੀ ਦਾਤ ਪ੍ਰਾਪਤ ਕਰਨੀ। ਰਸਤਾ ਕਿਹੜਾ ਹੈ? ਅਕਾਲ ਪੁਰਖ ਨਾਲ ਮਿਲਾਪ ਕਰ ਲੈਣਾ। ਪਰ ਬੇਨਤੀ ਕਰਾਂ, ਸਿੱਖਾਂ ਨੂੰ ਬੜਾ ਸੌਖਾ ਮਾਰਗ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਪੁਰਾਣੇ ਸਮੇਂ 'ਚ ਹੁੰਦਾ ਆ ਬ੍ਰਹਮਚਾਰੀ, ਬੈਰਾਗੀ, ਜਤੀ, ਇਹਨਾਂ ਦਾ ਯਤਨ, ਇਹ ਜ਼ਿਕਰ ਤੁਸੀਂ ਸੁਣ ਰਹੇ ਹੋ। ਇਹ ਉਦੋਂ ਬ੍ਰਹਮਚਾਰ ਰੱਖਣਾ, ਫਿਰ ਬੈਰਾਗ ਰੱਖਣਾ, ਸੰਸਾਰ ਦੇ ਪਦਾਰਥਾਂ ਵੱਲੋਂ, ਪਰਿਵਾਰ ਵੱਲੋਂ ਵੈਰਾਗੀ ਹੋ ਜਾਣਾ, ਮੋਹ ਤੋਂ ਉਪਰਾਮਤਾ ਬਣਾ ਕੇ ਰੱਖਣੀ, ਜੰਗਲਾਂ ਵਿੱਚ ਚਲੇ ਜਾਣਾ, ਪੁੱਠੇ ਲਮਕੇ ਰਹਿਣਾ, ਕਈ ਸਮਾਂ ਤਪ ਕਰੀ ਜਾਣਾ, ਤਪਸਵੀ ਬਣਨਾ, ਧੂਣੀਆਂ ਤਾਪ ਕੇ ਨਾ ਜੇਠ ਹਾੜ ਦੇ ਮਹੀਨਿਆਂ ਵਿੱਚ 4 ਚੁਫੇਰੇ ਧੂਣੀ ਤਾ ਲੈਣੀ, ਵਿੱਚ ਬੈਠ ਕੇ ਉਹ ਰੱਬ ਨੂੰ ਯਾਦ ਕਰਨਾ, ਮਨ ਵਿੱਚ ਇਹ ਹੋਣਾ ਵੀ ਉਸ ਨੂੰ ਮਿਲਣਾ ਹੈ। ਤੇ ਕਈ ਵਾਰੀ ਬਹੁਤੀ ਤਪੱਸਿਆ ਦਾ ਮਨ ਵਿੱਚ ਹੰਕਾਰ ਵੀ ਆ ਜਾਣਾ ਵੀ ਮੈਂ ਬਹੁਤ ਵੱਡਾ ਤਪਸਵੀ ਹੋ ਗਿਆ, ਜਦੋਂ ਕੋਈ ਰਿੱਧ ਸਿੱਧ ਪ੍ਰਾਪਤ ਹੋਣੀ। ਮਹਾਰਾਜ ਨੇ ਵੇਖਿਆ ਵੀ ਸਿੱਖ ਕਿੱਥੇ ਪੁੱਠਾ ਲਮਕੇ, ਕਿੱਥੇ ਧੂਣੀਆਂ ਤਾਉਂਦਾ ਫਿਰੇਗਾ, ਇਹਨਾਂ ਤੋਂ ਇਹ ਕੰਮ ਨਹੀਂ ਹੋਣੇ ਹਨ। ਤੇ ਮਹਾਰਾਜ ਗੁਰੂ ਸਾਹਿਬ ਨੇ ਸਾਨੂੰ ਇੱਕ ਸੌਖਾ ਮਾਰਗ ਦਿੱਤਾ। ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ, ਅਨਰੂਤ ਨਾਹੀ ਨਾਹੀ, ਮਤ ਭਰਮ ਭੂਲਹੁ ਭੂਲਹੁ, ਮਨ ਰੁਤ ਨਾਮ ਰੇ। ਮਹਾਰਾਜ ਨੇ ਕਿਹਾ ਕਲਯੁਗ ਆ ਗਿਆ ਸਿੱਖੋ, ਹੁਣ ਤੁਹਾਡੇ ਤੋਂ ਆਉਣ ਵਾਲਾ ਜਿਹੜਾ ਸਮਾਂ ਨਾ, ਤੁਸੀਂ ਪੁੱਠੇ ਨਹੀਂ ਲਮਕ ਸਕੋਗੇ। ਤੁਸੀਂ ਧੂਣੀਆਂ ਤਾਪ ਕੇ ਜੇਠ ਹਾੜ ਦੇ ਮਹੀਨਿਆਂ 'ਚ ਨਹੀਂ ਬਹਿਣਾ ਹੈ। ਇਸ ਲਈ ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ, ਇੱਕ ਨਾਮ ਦਾ ਬੀਜ ਬੋਲੋ ਆਪਣੇ ਇਸ ਖੇਤ ਵਿੱਚ, ਨਾਮ ਜਪੋ, ਬੰਦਗੀ ਕਰੋ, ਨਿਤਨੇਮੀ ਬਣੋ। ਇਹ ਦਾਤਾਂ ਸਾਨੂੰ ਦਿੱਤੀਆਂ ਤੇ ਅਸੀਂ ਨਿਤਨੇਮੀ ਨਹੀਂ ਕਰਦੇ, ਅਸੀਂ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਦੇ, ਅਸੀਂ ਕੋਈ ਗੁਰਮੰਤਰ ਮੂਲ ਮੰਤਰ ਦਾ ਜਾਪ ਨਹੀਂ ਕਰਦੇ, ਨਿਤਨੇਮੀ ਨਹੀਂ ਸਾਡੇ ਤੋਂ ਹੁੰਦਾ। ਤੇ ਜੇ ਮਹਾਰਾਜ ਨੇ ਕਿਹਾ ਹੁੰਦਾ ਵੀ 5-7 ਧੂਣੀਆਂ ਲਾ ਕੇ ਬਹਿਣਾ, ਚੌਂਕੜਾ ਲਾ ਕੇ ਕੋਈ 2-4 ਘੰਟੇ ਲਗਾਤਾਰ ਰੋਜ਼, ਤੇ ਫਿਰ ਅਸੀਂ ਕਰ ਲਈ ਸੀ ਭਗਤੀ ਤੇ ਹੋ ਗਏ ਸਾਂ ਪਰਮਾਰਥ ਨੂੰ, ਮਾਲਕ ਨੂੰ ਪ੍ਰਾਪਤ। ਕਦੇ ਵੀ ਨਹੀਂ ਸੀ ਕਰਨਾ। ਇੰਨੇ ਢਿੱਲੇ ਨਾ ਚੱਲੋ, ਹਰ ਜਪਦਿਆਂ ਖਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ, ਕਿ ਨਾ ਆਵੈ RAM, ਪਤਾ ਨਹੀਂ ਸਵਾਸ ਆਵੇ ਜਾਂ ਨਾ ਆਵੇ। ਇਸ ਕਰਕੇ ਜਪਦਿਆ ਕੋਈ ਕਹਿੰਦਾ ਫਲਾਣਿਆ ਅੰਮ੍ਰਿਤ ਛਕ, ਆਉਂਦੇ ਸਾਲ ਨੂੰ ਛਕਾਂਗਾ, ਇੰਨੇ ਸਮੇਂ ਨੂੰ ਛਕਾਂਗਾ। ਤੈਨੂੰ ਪਤਾ ਵੀ ਆਉਂਦੇ ਸਾਲ ਤੱਕ ਤੂੰ ਰਹਿਣਾ ਹੈ? ਇੱਥੇ ਤਾਂ ਇਹ ਵੀ ਨਹੀਂ ਪਤਾ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਇਹ ਵੀ ਨਹੀਂ ਪਤਾ ਵੀ ਆ ਅਗਲਾ ਮਿੰਟ ਬੋਲਿਆ ਜਾਵੇਗਾ ਜਾਂ ਨਹੀਂ ਬੋਲਿਆ ਜਾਵੇਗਾ। ਤੇ ਦਾਅਵੇ ਨੇ ਸਾਲਾਂ ਬੱਧੀ ਵੀ ਆਉਂਦੇ ਸਾਲ ਨੂੰ ਅੰਮ੍ਰਿਤ ਵੀ ਛਕਾਂਗਾ, ਨਿਤਨੇਮ ਵੀ ਕਰਾਂਗਾ, ਆਉਂਦੇ ਸਾਲ ਨੂੰ ਯਾਤਰਾ ਵੀ ਕਰਨੀ ਹੈ ਸਾਰੇ ਤੀਰਥਾਂ ਦੀ। ਹੁਣ ਸਮਾਂ ਲੰਘਦਾ ਜਾ ਰਿਹਾ, ਆਉਣ ਵਾਲੇ ਦਾ ਚੇਤਾ ਵੀ ਨਹੀਂ ਆਵੇਗਾ ਜਾਂ ਨਹੀਂ ਆਵੇਗਾ। ਇਸ ਕਰਕੇ ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਆਪਣੇ ਜੀਵਨ ਵਿੱਚ ਸਮਝ ਰੱਖੋ, ਸੁਚੇਤ ਹੋਵੋ, ਪਿੱਛੇ ਜੋ ਹੋ ਗਿਆ ਲੰਘ ਗਈ, ਅੱਜ ਤੋਂ ਹੀ ਸੁਚੇਤ ਹੋ ਜਾਈਏ। ਮਹਾਰਾਜ ਨਿਤਨੇਮ ਨਾਲ ਜੋੜ ਲਓ, ਬਾਣੀ ਨਾਲ ਜੁੜ ਜਾਈਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ ਤੇ ਸਤਿਗੁਰੂ ਅੱਗੇ ਤਰਲਾ ਕਰੀਏ, ਮਹਾਰਾਜ ਮੈਨੂੰ ਹੁਣ ਮੈਂ ਨਿਤਨੇਮ ਤੋਂ ਦੂਰ ਨਾ ਹੋਵਾਂ, ਮੈਂ ਸਿਮਰਨ ਤੋਂ ਸੇਵਾ ਤੋਂ ਦੂਰ ਨਾ ਹੋਵਾਂ। ਫਿਰ ਮਹਾਰਾਜ ਕਿਰਪਾ ਕਰ ਦਿੰਦੇ ਹਨ। ਇਸ ਕਰਕੇ ਆਪਣੇ ਜੀਵਨ ਦੇ ਅੰਦਰ ਗੁਰੂ ਵੱਲ ਨੂੰ ਤੁਰ ਲੱਗਿਆਂ ਢਿੱਲ ਨਹੀਂ ਕਰਨੀ ਹੈ। ਇਥੇ ਨਾ ਬੜੇ ਬ੍ਰਹਮਚਾਰੀ ਬੈਰਾਗੀ ਜਤੀ ਆਏ ਸਨ, ਬਹੁਤ ਵੈਸ਼ਨੂ ਦਿਸਪਟ ਸਤੀ, ਬੜੇ ਵੈਸ਼ਨੂ ਵੀ ਆਏ ਸਨ, ਦਿਸਪਟ ਬੜੇ ਦਿਗੰਬਰ ਵੀ ਆਏ ਹੋਏ, ਸਤੀ ਲੋਕ ਵੀ ਆਏ ਸਨ, ਕਪੀ ਔਰ ਸੰਨਿਆਸੀ ਆਏ, ਬਹੁਤ ਸੰਨਿਆਸ ਰੱਖਣ ਵਾਲੇ ਇੱਥੇ ਆਏ।
ਤਪ ਕਰਨ ਵਾਲੇ ਬਹੁਤ ਆਏ ਇੱਥੇ। ਬਿਜਰ ਬਿਖੈ ਨਰ ਪੁੰਜ ਸੁਹਾਏ। ਇਸ ਬ੍ਰਿਜ ਤੇ ਬਹੁਤ ਲੋਕਾਂ ਦਾ ਝੁੰਡ ਵੱਜ ਗਿਆ। ਸ੍ਰੀ ਗੁਰੂ ਨਾਨਕ ਅੰਤਰ ਜਾਮੀ। ਸ਼੍ਰੋਮਣੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਅੰਤਰਜਾਮੀ ਸਭ ਦੇ ਹਿਰਦਿਆਂ ਦੀ ਜਾਣਦੇ ਹਨ। ਸਭ ਘਟ ਕੀ ਜਾਣਤ ਭੇ ਸੁਆਮੀ। ਸਭ ਦੇ ਘਟਾਂ ਦੀ ਮਨਾਂ ਦੀ ਸਮਝਣ ਵਾਲੇ ਸਤਿਗੁਰੂ ਇਹਨਾਂ ਦੀ ਵੀ ਜਾਣ ਗਏ ਵੀ ਇਹ ਬ੍ਰਹਮਚਾਰੀ ਵਿਖਾਵਾ ਹੀ ਹੈ। ਬਸ ਇਹ ਵੈਰਾਗ ਵਿਖਾਵੇ ਦਾ ਹੀ ਹੈ, ਇਹਨਾਂ ਦੇ ਕੋਲ ਅੰਦਰੋਂ ਵੈਰਾਗੀ ਨਹੀਂ ਹਨ। ਦੇਸ ਛੋੜ ਪਰਦੇਸਹਿ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਘਰ ਛੱਡ ਦਿੱਤਾ, ਘਰ ਵਾਲੀ ਛੱਡ ਦਿੱਤੀ, ਬੱਚੇ ਛੱਡੇ, ਪਰਿਵਾਰ ਛੱਡਿਆ, ਮਾਤਾ ਪਿਤਾ ਦੀ ਸੇਵਾ ਛੱਡੀ, ਸਭ ਕੁਝ ਹੀ ਛੱਡਿਆ। ਪੁੱਛਿਆ ਕਿੱਥੇ ਚੱਲਿਆ? ਵੈਰਾਗੀ ਹੋ ਗਿਆ। ਤੇ ਜਿਨ੍ਹਾਂ ਨੂੰ ਛੱਡਣਾ ਸੀ ਉਹ ਵਿਕਾਰ ਅਜੇ ਪੰਜੇ ਨਾਲ ਹੀ ਤੁਰੇ ਫਿਰਦੇ ਹਨ, ਅਜੇ ਵੀ ਨਾਲ ਹੀ ਲੈ ਕੇ ਤੁਰਿਆ ਫਿਰਦਾ ਹੈ। ਇਸ ਲਈ ਜੇ ਨਹੀਂ ਛੱਡੇ ਫਿਰ ਕਾਹਦਾ ਵੈਰਾਗੀ, ਕਾਹਦਾ ਤਪਸਵੀ, ਕਾਹਦਾ ਤਿਆਗੀ ਹੈ। ਮਹਾਰਾਜ ਕਹਿੰਦੇ ਸਾਰਿਆਂ ਦੇ ਮਨਾਂ ਦੀ ਜਾਣ ਗਏ ਵੀ ਇਹ ਸਿਰਫ ਵਿਖਾਵੇ ਦੇ ਹੀ ਬਣੇ ਹੋਏ ਹਨ। ਮਨ ਕਿਸੇ ਨੇ ਨਹੀਂ ਸਾਧਿਆ ਹੋਇਆ ਇਹਨਾਂ ਵਿੱਚੋਂ। ਅੰਧ ਧੁੰਦ ਵਰਤਿਆ ਜਗ ਮਾਹੀ। ਅੰਧ ਧੁੰਦ ਵਰਤਿਆ ਹੋਇਆ ਸੰਸਾਰ ਵਿੱਚ ਲੋਕਾਂ ਨੂੰ ਬੁੱਧੂ ਬਣਾ ਰਹੇ, ਅੱਖਾਂ ਮੀਚ ਮੀਚ ਕੇ। ਸੁਧਿ ਆਤਮੈ ਨਰ ਕੋ ਨਾਹੀ। ਕਿਸੇ ਨੇ ਵੀ ਆਪਣੀ ਆਤਮਾ ਨੂੰ ਸ਼ੁੱਧ ਨਹੀਂ ਕੀਤਾ ਹੈ। ਭਉ ਬੰਧਨ ਕੇ ਬਾਂਧੇ ਸਭ ਹੀ। ਸੰਸਾਰ ਦੇ ਬੰਧਨਾਂ 'ਚ ਹੀ ਵੱਜੇ ਹੋਏ ਐ ਸਾਰੇ, ਕੋਈ ਨਹੀਂ ਛੁੱਟਿਆ ਅਜੇ ਤੱਕ। ਛੂਟਨ ਹੋਏ ਨਾ ਤਨ ਕੋ ਕਬਹੀ। ਕਦੇ ਵੀ ਮਹਾਰਾਜ ਕਹਿੰਦੇ ਤਨ ਦੇ ਮੋਹ ਨਾਲੋਂ ਛੁੱਟਦੇ ਹੀ ਨਹੀਂ ਹਨ, ਸਰੀਰ ਦਾ ਹੀ ਮੋਹ ਕਰੀ ਜਾਂਦੇ ਐ। ਅਸੀਂ ਇੰਨੇ ਗਰਸੇ ਗਏ ਮੋਹ ਦੇ ਅੰਦਰ, ਸਰੀਰ ਤੇ ਕੱਪੜਾ ਸੋਹਣਾ ਪਾ ਲਈਏ, ਉਹਨੂੰ ਵੇਖ ਵੇਖ ਕੇ ਫੁੱਲੀ ਜਾਂਦੇ, ਅਸੀਂ ਬੜੇ ਸੋਹਣੇ ਲੱਗਦੇ ਹਾਂ। ਉਹਦਾ ਹੀ ਹੰਕਾਰ ਚੜਿਆ ਰਹਿੰਦਾ ਤੇ ਉਹ ਕੱਪੜੇ ਨੂੰ ਸਾਂਭ ਕੇ ਰੱਖਦੇ ਵੀ ਆਹ ਕੱਪੜਾ ਬੜਾ ਮੇਰਾ ਮਹਿੰਗਾ ਹੈ, ਖਰਾਬ ਨਾ ਹੋ ਜਾਵੇ। ਇੰਨੇ ਮੋਹ ਵਿੱਚ ਫਸੇ ਹਾਂ। ਜਿਹਦੇ ਤੋਂ ਕੱਪੜੇ ਦਾ ਮੋਹ ਨਹੀਂ ਛੁੱਟਦਾ ਉਹਨੇ ਸੰਸਾਰ ਦੇ ਪਦਾਰਥਾਂ ਦਾ ਕੀ ਮੋਹ ਛੱਡਣਾ ਹੈ। ਇਸ ਲਈ ਮੋਹ ਵਿੱਚ ਗਰਸੇ ਹੋਏ ਜੇ ਬਾਹਰੋਂ ਅੱਖਾਂ ਮੀਚੀ ਜਾਈਏ ਫਿਰ ਉਹ ਮੁਕਤੀ ਥੋੜਾ ਮਿਲ ਜਾਵੇਗੀ। ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਬਿਰਤਾਨ ਕੋ ਪੂਜਨ ਧਾਇਓ। ਇਦਾਂ ਤਾਂ ਬੜਿਆ ਪੂਜਾ ਕੀਤੀ ਮਹਾਰਾਜ ਕਲਗੀਧਰ ਕਹਿੰਦੇ। ਮਹਾਰਾਜ ਕਹਿੰਦੇ ਕੂਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਭੁੱਲੇ ਤੁਰੇ ਫਿਰੇ ਝੂਠ ਦੇ ਰਸਤੇ ਤੇ ਲੋਕਾਂ ਸਮਝਿਆ ਜੀ ਫਲਾਣਾ ਤੇ ਬੜਾ ਹੀ ਬ੍ਰਹਮ ਗਿਆਨੀ, ਅੱਖਾਂ ਬੰਦ ਕਰਕੇ ਰੱਖਦਾ, ਖੋਲਦਾ ਹੀ ਨਹੀਂ। ਤੇ ਅੰਦਰ ਉਹਦੇ ਪੂਰੇ ਵਿਕਾਰ, ਅੰਦਰ ਉਹਦਾ ਪੂਰਾ ਲੋਭੀ। ਫਿਰ ਉਹ ਕਾਹਦਾ ਭਗਤ ਹੋਇਆ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ। ਨਾਤ ਫਿਰਿਓ ਲਿਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਯਾਦ ਰੱਖੋ ਅੱਖਾਂ ਬੰਦ ਕਰਨ ਨਾਲ ਰੱਬ ਨਹੀਂ ਮਿਲਦਾ ਹੈ, ਪਖੰਡ ਕਰਨ ਨਾਲ ਉਹਦੀ ਪ੍ਰਾਪਤੀ ਨਹੀਂ ਹੁੰਦੀ। ਲੋਕ ਤਾਂ ਬੁੱਧੂ ਬਣ ਜਾਣਗੇ ਪਰ ਜਦੋਂ ਪਰਲੋਕ ਵਿੱਚ ਜਾਵੇਂਗਾ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ। ਉਥੇ ਦੱਸ ਕੀ ਕਵੇਂਗਾ ਵੀ ਮੈਂ ਕਿਹੜੀ ਭਗਤੀ ਕਰਦਾ ਰਿਹਾ, ਕਿਹੜਾ ਮੈਂ ਜਪ ਤਪ ਕੀਤਾ, ਕਿਹੜੀ ਮੈਂ ਸਾਧਨਾ ਕੀਤੀ ਹੈ। ਇਸ ਕਰਕੇ ਥੋੜਾ ਜਪ ਲੈ ਪਰ ਸੱਚੀ ਜਪਿਆ ਕਰ। 6-6 ਘੰਟੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਚੌਂਕੜਾ ਲਾਉਣ ਨਾਲੋਂ ਚੰਗਾ ਹੈ 5, 10, 15 ਮਿੰਟ ਹੀ ਬੈਠ ਜਾਓ, ਪਰ ਬੈਠੋ ਸੱਚੀ ਜੁੜੋ ਉਸ ਰੱਬ ਦੀ ਉਸਤਤ ਦੇ ਨਾਲ। ਉਹ ਤੁਹਾਡੇ 15 ਮਿੰਟ ਹੀ ਪ੍ਰਵਾਨ ਹਨ। ਤਾਂ ਕਰਕੇ ਮਹਾਰਾਜ ਨੇ ਇੱਥੇ ਵੇਖ ਲਿਆ ਜੇ ਉਹਨਾਂ ਨੂੰ ਪੜ੍ਹ ਸਕਦੇ ਤੇ ਸਾਨੂੰ ਨਾ ਪੜ੍ਹਦੇ ਹੋਣਗੇ ਵੀ ਅਸੀਂ ਕਿੰਨੇ ਕੁ ਪਖੰਡ ਕਰਦੇ ਹਾਂ, ਕਿੱਡਾ ਕੁ ਅਸੀਂ ਨਿਤਨੇਮ ਕਰ ਰਹੇ ਤੇ ਕਿੱਡੇ ਕੁ ਜੁੜੇ ਹਾਂ। ਇਸ ਲਈ ਗੁਰੂ ਦਾ ਭੈ ਰੱਖਿਆ ਕਰੋ। ਸਤਿਗੁਰੂ ਸਮਝ ਗਏ ਵੀ ਅੰਧ ਧੁੰਦੀ ਵਰਤਿਆ ਸੰਸਾਰ ਦੇ ਅੰਦਰ ਔਰ ਬੰਧਨਾਂ ਵਿੱਚ ਬੱਝੇ ਹੋਏ ਨੇ, ਛੂਟਣ ਹੋਏ ਨਾ ਤਨ ਕੋ ਕਬਹੀ। ਕਦੇ ਵੀ ਇਹ ਤਨ ਦੇ ਮੋਹ ਤੋਂ ਜਾਂ ਕਦੇ ਵੀ ਇਹਨਾਂ ਦਾ ਤਨ ਸੰਸਾਰੀ ਮੋਹ ਤੋਂ ਨਹੀਂ ਛੁੱਟਿਆ। ਮਹਾਰਾਜ ਨੇ ਮਹਾਨ ਕਿਰਪਾ ਕੀਤੀ ਹੈ ਜੀ। ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਸਤਿਗੁਰੂ ਦੀਆਂ ਪਾਵਨ ਵਡਿਆਈਆਂ ਕਰਦਿਆਂ ਬੜੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਖਿਮਾ ਕਰਿਓ।
ਅਰਦਾਸ ਬੇਨਤੀ ਕਰਿਓ ਸਤਿਗੁਰੂ ਸੁਮਤ ਬਖਸ਼ਣ ਕਥਾ ਕਰਨ ਦੀ ਮਤ ਆ ਜਾਵੇ। ਔਰ ਜੋ ਆਪ ਜੀ ਨੂੰ ਵਿਸ਼ੇਸ਼ ਤੌਰ ਬੇਨਤੀ ਕੀਤੀ ਹੈ ਨਾ, ਤਰਕਸ਼ੀਲ ਬੰਦਿਆਂ ਤੋਂ, ਇਹੋ ਜਿਹੇ ਮਨੋਵਿਗਿਆਨੀਆਂ ਤੋਂ ਥੋੜੇ ਸੁਚੇਤ ਰਿਹਾ ਕਰੋ। ਇਹ ਤਰ੍ਹਾਂ ਤਰ੍ਹਾਂ ਦੀਆਂ ਤਰਕਾਂ ਸ਼ੰਕੇ ਤੁਹਾਡੇ ਵਿੱਚ ਖੜੇ ਕਰਦੇ ਹਨ, ਪਰ ਸਿੱਖੋ ਨਹੀਂ, ਗੁਰੂ ਦੇ ਦਿੱਤੇ ਹੁਕਮ ਦੀ ਪਾਲਣਾ ਕਰਨੀ ਹੈ। ਬਹੁਤ ਬਹੁਤ ਧੰਨਵਾਦ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਗੁਰੂ ਕੀ ਸੰਗਤ ਦਾ ਬੜੇ ਪ੍ਰੇਮ ਨਾਲ ਆਪ ਜੀ ਨੇ ਹਾਜ਼ਰੀ ਭਰੀ ਹੈ। ਰੋਮ ਰੋਮ ਕਰਕੇ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ। ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਆਪ ਜੀ ਦੀ ਸੇਵਾ ਵਿੱਚ ਸਤਿਗੁਰੂ ਲਾਈ ਰੱਖਣ ਜੀ। ਹੋਈਆਂ ਭੁੱਲਾਂ ਦੀ ਖਿਮਾ। ਸਮਾਪਤੀ ਦੀਆਂ ਪੰਕਤੀਆਂ ਪੜੋ। ਗੁਰ ਫਤਿਹ ਵਿੱਚ ਸਾਂਝ ਪਾਈਏ ਜੀ। ਅੰਧ ਧੁੰਦ ਵਰਤਿਆ ਜਗ ਮਾਹੀ, ਸੁਧ ਆਤਮੈ ਨਰ ਕੋ ਨਾਹੀ। ਭਵ ਬੰਧਨ ਕੇ ਬਾਂਧੇ ਸਭ ਹੀ, ਛੂਟਨ ਹੋਏ ਨਾ ਤਨ ਕੋ ਕਬਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ